ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੋਨਾ ਵਾਇਰਸ ਕਰਕੇ ਲੱਖਾਂ ਪ੍ਰਾਣੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਰੋਜ਼ ਹਜ਼ਾਰਾਂ ਹੋਰ ਮਰ ਰਹੇ ਨੇ। ਇਹ ਸਾਰੇ ਕਿਸੇ ਦੇ ਆਪਣੇ ਮਾਤਾ ਪਿਤਾ ਧਰਮ ਪਤਨੀ ਜਾਂ ਬੱਚੇ ਸਨ। ਕਈਆਂ ਦੇ ਕਾਰੋਬਾਰ ਖਤਮ ਹੋ ਗਏ ਅਤੇ ਕਈਆਂ ਨੇ ਮੌਕਾ ਵੇਖ ਕੇ ਆਪਣਾ ਧੰਦਾ ਚਲਾ ਲਿਆ ਅਤੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਇਸ ਵੇਲੇ ਸਾਨੂੰ ਇਹ ਲੋੜ ਹੈ ਕਿ ਜੇ ਕੋਈ ਆਪਣੇ ਨਿੱਜੀ ਸਵਾਰਥ ਦੇ ਕਾਰਨ ਗਲਤ ਐਡਵਾਈਸ ਦੇਵੇ, ਅਸੀਂ ਇਸ ਨੂੰ ਕਿਸੇ ਦੇ ਮੌਤ ਦਾ ਕਾਰਨ ਨਾ ਬਣਨ ਦਈਏ। ਇਸ ਵੀਡੀਓ ਦੁਆਰਾ ਅਸੀਂ ਇਹ ਵੀ ਨਹੀਂ ਕਹਿਣਾ ਚਾਹੁੰਦੇ ਕਿ ਕੇਵਲ ਡਾਕਟਰੀ ਇਲਾਜ ਜਾਂ ਦਵਾਈ ਨਾਲ ਕਰੋਨਾ ਵਾਇਰਸ ਦਾ ਇਲਾਜ ਹੋ ਸਕਦਾ ਹੈ। ਸਿੱਖ ਵੈਦ ਦੀ ਸਾਰੀ ਟੀਮ ਉਹਨਾਂ ਸੀਨੀਅਰ ਅੰਮ੍ਰਿਤਧਾਰੀ ਅਤੇ ਗੁਰਸਿੱਖ ਡਾਕਟਰ ਅਤੇ ਹੋਰ ਬਾਇਓਮੈਡੀਕਲ ਸਾਇੰਟਿਸਟ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਇਸ ਵੀਡੀਓ ਲਈ ਸਾਨੂੰ ਜਾਣਕਾਰੀ ਭੇਜੀ। ਸਾਰੇ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਵੀਡੀਓ ਪੂਰੀ ਜ਼ਰੂਰ ਸੁਣੋ ਅਤੇ ਵੱਧ ਤੋਂ ਵੱਧ ਹੋਰ ਸੰਗਤਾਂ ਤੱਕ ਪਹੁੰਚਾਓ। ਇਸ ਦੇ ਨਾਲ ਹੋ ਸਕਦਾ ਕਿਸੇ ਦੀ ਜਾਨ ਵੀ ਬਚ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਵੀਡੀਓ ਜ਼ਰੂਰੀ ਆ ਬਿਕਾਜ਼ ਸਾਡੀ ਇੱਕ ਸਿੱਖ ਕਮਿਊਨਿਟੀ ਦੇ ਕੁਝ ਲੋਕੀ ਵੈਕਸੀਨਸ ਨੂੰ ਸਪੋਰਟ ਕਰਦੇ ਪਏ ਆ ਐਂਡ ਐਜ਼ ਅ ਰਿਜ਼ਲਟ ਉਹਦੇ ਵੀਡੀਓ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੈਕਸੀਨ ਜਿਹੜੀ ਆ ਉਹ ਸੇਫ ਆ, ਉਹਦੇ ਵਿੱਚ ਕੋਈ ਐਨੀਮਲ ਪ੍ਰੋਡਕਟ ਨਹੀਂ ਹੈਗਾ, ਉਹਦੇ ਨਾਲ ਇਨਫਰਟੀਲਿਟੀ ਹੋਣ ਦੀ ਕੋਈ ਚਾਂਸ ਨਹੀਂ ਹੈਗੀ ਆ। ਅਤੇ ਜਿਹੜੀ ਇਹ ਇਨਫੋਰਮੇਸ਼ਨ ਹੈਗੀ ਹੈ ਸਾਇੰਟਿਸਟ ਡਾਕਟਰਸ ਤੇ ਗੌਰਮੈਂਟ ਸਾਨੂੰ ਦੇ ਰਹੀਆਂ ਨੇ ਐਂਡ ਉਹਨਾਂ ਨੇ ਦੱਸਿਆ ਕਿ ਜਿਹੜੀ ਹਰ ਮੈਡੀਸਿਨ ਦੀ ਕੋਈ ਨਾ ਕੋਈ ਸਾਈਡ ਇਫੈਕਟ ਹੁੰਦੀ ਹੈ ਅਤੇ ਵੈਕਸੀਨ ਦੀ ਵੀ ਮਾੜੀ ਮੋਟੀ ਸਾਈਡ ਇਫੈਕਟ ਹੋ ਸਕਦੀ ਹੈ ਐਂਡ ਇਸ ਤਰ੍ਹਾਂ ਉਹਨਾਂ ਨੇ ਵੈਕਸੀਨਸ ਨੂੰ ਪ੍ਰਮੋਟ ਕੀਤਾ ਹੈ। ਸੋ ਪਹਿਲੀ ਗੱਲ ਤਾਂ ਵੈਕਸੀਨ ਸੇਫ ਹੈਗੀ, ਇਹਦਾ ਐਵੀਡੈਂਸ ਕੀ ਹੈਗਾ? ਕਿੰਨੇ ਸਾਲ ਤੁਸੀਂ ਇਸ ਵੈਕਸੀਨ ਨੂੰ ਲੋਕਾਂ 'ਤੇ ਲਗਾ ਕੇ ਦੇਖਿਆ, ਟੈਸਟ ਕਰਕੇ ਦੇਖਿਆ ਹੈ ਕਿ ਇਹਦੇ ਸਾਈਡ ਇਫੈਕਟ ਆ ਰਹੇ ਨੇ ਕਿ ਨਹੀਂ ਆ ਰਹੇ ਨੇ, ਅਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹਦੇ ਕੋਈ ਇਹ ਸੇਫ ਹੈਗੀ, ਰਾਈਟ? ਕੋਈ ਵੀ ਵੈਕਸੀਨ ਬਣਦੀ ਹੈ 5-10 ਸਾਲ ਲੋਕਾਂ 'ਤੇ ਟੈਸਟ ਹੁੰਦਾ ਹੈ, ਫਿਰ ਪਤਾ ਲੱਗਦਾ ਇਹਦੇ ਨਾਲ ਕਿੰਨਾ ਕੋਈ ਸਾਈਡ ਇਫੈਕਟ ਆ ਰਿਹਾ, ਲੌਂਗ ਟਰਮ ਡੈਮੇਜ ਹੋ ਰਿਹਾ ਆ, ਉਸ ਬੇਸਿਸ 'ਤੇ ਵੈਕਸੀਨ ਡਿਵੈਲਪ ਹੋ ਕੇ ਬਾਹਰ ਆਉਂਦੀ ਹੈ। ਇਸ ਵੈਕਸੀਨ ਨੂੰ ਟੈਸਟ ਨਹੀਂ ਕੀਤਾ ਗਿਆ ਹੈ ਲੌਂਗ ਟਰਮ ਸੇਫਟੀ ਵਾਸਤੇ ਐਂਡ CDC ਦੀ 18 ਦਸੰਬਰ ਦੀ ਰਿਪੋਰਟ ਹੈਗੀ ਅਰਾਊਂਡ 1 ਲੱਖ ਪੀਪਲ ਵਰ ਟੈਸਟਡ ਵਿਦ ਫਾਈਜ਼ਰ ਵੈਕਸੀਨ। 1 ਲੱਖ ਵਿੱਚੋਂ ਲਗਭਗ 3000 ਬੰਦਿਆਂ ਨੂੰ 48 ਘੰਟਿਆਂ ਦੇ ਅੰਦਰ ਅੰਦਰ ਹੀ ਇਸ ਤਰ੍ਹਾਂ ਦੇ ਅਟੈਕ ਆਏ ਸੀ, ਸਾਈਡ ਇਫੈਕਟਸ ਆਏ ਸੀਗੇ ਕਿ ਉਹ ਖਾਣਾ ਵੀ ਨਹੀਂ ਖਾ ਪਾ ਰਹੇ ਸੀ, ਕੰਮ 'ਤੇ ਵੀ ਨਹੀਂ ਜਾ ਪਾ ਰਹੇ ਸੀਗੇ, ਛੋਟੇ ਛੋਟੇ ਕੰਮਾਂ ਵਾਸਤੇ ਲੋਕਾਂ ਦੀ ਹੈਲਪ ਦੀ ਲੋੜ ਸੀਗੀ। ਦਿਸ ਇਜ਼ ਅਫੀਸ਼ੀਅਲ ਡੇਟਾ ਔਨ CDC ਵੈਬਸਾਈਟ, ਚੈੱਕ ਕਰ ਲੈਣਾ। ਸੋ ਇਹਦਾ ਮਤਲਬ ਹੈ ਵੈਕਸੀਨ ਸੇਫ ਤਾਂ ਨਹੀਂ ਹੈਗੀ। 3000 ਪੀਪਲ ਆਊਟ ਆਫ 1 ਲੱਖ ਯਾਨੀ ਕਿ 3% ਪੀਪਲ ਆਰ ਗੈਟਿੰਗ ਦਿਸ ਡੈਮੇਜ। ਸਤਿਕਾਰਯੋਗ ਵੀਰ ਜੀ ਨੇ ਸਾਨੂੰ ਕਿਹਾ ਕਿ ਅਸੀਂ CDC ਦੀ ਵੈਬਸਾਈਟ 'ਤੇ ਜਾ ਕੇ ਵੇਖੀਏ ਔਰ ਚੈੱਕ ਕਰੀਏ, ਅਤੇ CDC ਦੀ ਵੈਬਸਾਈਟ 'ਤੇ ਅਸੀਂ ਫਿਰ ਗਏ। ਉੱਥੇ ਜਾ ਕੇ ਸਾਨੂੰ ਦੱਸਿਆ ਕਿ ਜੋ ਕਾਮਨ ਸਾਈਡ ਇਫੈਕਟਸ ਨੇ ਕੋਵਿਡ ਵੈਕਸੀਨ ਦੇ, ਉਹ ਨੇ ਪੇਨ ਅਤੇ ਸਵੈਲਿੰਗ। ਪੇਨ ਯਾਨੀ ਦਰਦ, ਸਵੈਲਿੰਗ ਯਾਨੀ ਸੁੱਜਣ, ਅਤੇ ਇਹ ਜੋ ਹਨ ਬਾਂਹ 'ਚ ਹੁੰਦੇ ਨੇ, ਅਤੇ ਬਾਕੀ ਥਰੂ ਆਊਟ ਦ ਰੈਸਟ ਆਫ ਯੂਅਰ ਬੋਡੀ ਵਿੱਚ ਬੁਖਾਰ ਹੋ ਸਕਦਾ ਹੈ, ਚਿਲਸ ਯਾਨੀ ਥੋੜ੍ਹੀ ਜਿਹੀ ਠੰਡ ਲੱਗ ਸਕਦੀ ਹੈ, ਥਕਾਨ ਹੋ ਸਕਦੀ ਹੈ, ਅਤੇ ਹੈਡੇਕ ਸਿਰ ਦਰਦ ਹੋ ਸਕਦਾ ਹੈ। ਇਹ CDC ਦੀ ਵੈਬਸਾਈਟ 'ਤੇ ਜੀ, ਜਿੱਥੇ ਭਾਈ ਸਾਹਿਬ ਜੀ ਨੇ ਸਾਨੂੰ ਜਾਣਨ ਨੂੰ ਕਿਹਾ। ਇਸ ਤੋਂ ਇਲਾਵਾ CDC ਦੀ ਵੈਬਸਾਈਟ 'ਤੇ ਸਾਨੂੰ ਹੋਰ ਇਨਫੋਰਮੇਸ਼ਨ ਮਿਲਦੀ ਹੈ ਕਿ ਐਨਾਫਾਈਲੈਕਸਿਸ ਯਾਨੀ ਸੀਵੀਅਰ ਅਲਰਜਿਕ ਰਿਐਕਸ਼ਨ ਜੋ ਹੈ, ਜਿਸ ਤਰ੍ਹਾਂ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਇਹ ਹੈ ਸੀਵੀਅਰ ਲਾਈਫ ਥ੍ਰੈਟਨਿੰਗ ਅਲਰਜਿਕ ਰਿਐਕਸ਼ਨ ਦੈਟ ਅਕਰਜ਼ ਰੇਅਰਲੀ ਆਫਟਰ ਵੈਕਸੀਨੇਸ਼ਨ। ਇਹ ਬਹੁਤ ਘੱਟ ਲੋਕਾਂ ਨੂੰ ਜੋ ਹੈ ਇਹ ਹੁੰਦੀ ਜ਼ਰੂਰ ਹੈ ਇਹ ਰਿਐਕਸ਼ਨ, ਬਟ ਇਹਨਾਂ ਨੇ ਕੀ ਕੀਤਾ ਕਿ ਵੈਕਸੀਨੇਟ ਕੀਤਾ 18,93,000 ਲੋਕਾਂ ਨੂੰ ਵੈਕਸੀਨੇਟ ਕੀਤਾ। ਉਹਨਾਂ ਵਿੱਚੋਂ 21 ਕੇਸ ਜੋ ਨੇ ਐਨਾਫਿਲੈਕਸਿਸ ਦੇ ਹੋਏ ਨੇ। ਐਨਾਫਿਲੈਕਸਿਸ ਇੱਕ ਵੈਕਸੀਨ ਦਾ ਸਾਈਡ ਇਫੈਕਟ ਹੈ, ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ 19 ਲੱਖ ਦੇ ਕਰੀਬ ਲੋਕਾਂ ਨੂੰ ਵੈਕਸੀਨ ਦਿੱਤੀ ਗਈ, ਜਿਹਦੇ ਵਿੱਚੋਂ 21 ਕੇਸ ਪਾਏ ਗਏ, ਯਾਨੀ ਹਰ 1 ਲੱਖ ਵਿੱਚੋਂ ਤਕਰੀਬਨ ਸਿਰਫ ਇੱਕ ਕੇਸ ਜੋ ਹੈ ਐਨਾਫਿਲੈਕਸਿਸ ਦਾ ਹੈ। ਉਹ ਵੀ ਬਾਅਦ 'ਚ ਪਾਇਆ ਗਿਆ ਕਿ 21 ਵਿੱਚੋਂ ਸਿਰਫ 20 ਲੋਕਾਂ ਨੂੰ ਜੋ ਸੀ ਐਨਾਫਿਲੈਕਸਿਸ ਸੀ, ਇੱਕ ਕੇਸ ਐਨਾਫਿਲੈਕਸਿਸ ਦਾ ਨਹੀਂ ਸੀ, ਔਰ ਉਹ 20 ਵਿੱਚੋਂ ਵੀ ਜਿਹੜੇ ਨੇ ਉਹ ਸਾਰੇ ਠੀਕ ਹੋ ਕੇ ਘਰ ਗਏ, ਕਿਸੇ ਦੀ ਮੌਤ ਨਹੀਂ ਹੋਈ, ਕਿਸੇ ਨੂੰ ਲੌਂਗ ਟਰਮ ਸਾਈਡ ਇਫੈਕਟ ਨਹੀਂ ਹੋਇਆ। ਔਰ ਉਹਦੇ ਵਿੱਚੋਂ 20 ਵਿੱਚੋਂ ਜਿਹੜੇ 17 ਲੋਕੀ ਸਨ, ਉਹਨਾਂ ਨੂੰ ਆਲਰੇਡੀ ਜੋ ਹੈ ਇੱਕ ਅਲਰਜੀ ਦੀ ਅਲਰਜਿਕ ਜੋ ਰਿਐਕਸ਼ਨ ਹੁੰਦੀ ਹੈ ਉਸ ਦੀ ਹਿਸਟਰੀ ਸੀ, ਉਹਨਾਂ ਨੂੰ ਪਹਿਲੇ ਵੀ ਹੁੰਦੀ ਸੀ ਬਾਕੀ ਦਵਾਈਆਂ ਤੋਂ, ਯਾਨੀ ਇਸ ਦਵਾਈ ਨਾਲ ਜੋ ਹੈ ਨਵੀਂ ਅਲਰਜੀ ਉਹਨਾਂ ਨੂੰ ਕੋਈ ਨਹੀਂ ਹੋਈ। ਔਰ ਵਾਇਰਸ ਦਾ ਸਰਵਾਈਵਲ ਰੇਟ ਕਿੰਨਾ ਹੈਗਾ? 99.97 ਅਕੋਰਡਿੰਗ ਟੂ CDC। ਯਾਨੀ ਕਿ ਅਗਰ 1 ਲੱਖ ਬੰਦੇ ਨੂੰ ਕਰੋਨਾ ਵਾਇਰਸ ਹੋਏਗਾ, 1 ਲੱਖ ਵਿੱਚੋਂ ਸਿਰਫ 30 ਪੀਪਲ ਆਰ ਗੋਇੰਗ ਟੂ ਡਾਈ। ਲੇਕਿਨ ਅਗਰ 1 ਲੱਖ ਬੰਦੇ ਨੂੰ ਵੈਕਸੀਨ ਲੱਗੇਗੀ, 3000 ਬੰਦਿਆਂ ਨੂੰ ਸੀਰੀਅਸ ਸਾਈਡ ਇਫੈਕਟਸ ਆਉਣ ਵਾਲੇ ਨੇ। 48 ਘੰਟੇ ਵਿੱਚ ਆਏ ਸੀ ਹੈਗਾ, ਲੌਂਗ ਟਰਮ ਵਿੱਚ ਕਿੰਨੇ ਆਉਣਗੇ ਇਹਦਾ ਕੋਈ ਪਤਾ ਹੀ ਨਹੀਂ ਹੈਗਾ, ਕੋਈ ਟੈਸਟ ਰਿਪੋਰਟ ਹੈ ਹੀ ਨਹੀਂ। ਇੱਥੇ ਤੱਕ ਗੱਲ ਸਮਝ ਆ ਗਈ? ਭਾਈ ਸਾਹਿਬ ਜੀ, ਤੁਹਾਡੀਆਂ ਗੱਲਾਂ ਸਾਡੇ ਸਮਝ ਤੋਂ ਬਾਹਰ ਨੇ। ਜੋ ਜੌਨ ਹੌਪਕਿੰਸ ਦੀ ਵੈਬਸਾਈਟ ਹੈ, ਜਿੱਥੇ ਆਫੀਸ਼ੀਅਲ ਫਿਗਰਸ ਮਿਲਦੇ ਨੇ ਕੋਵਿਡ ਦੇ, ਉਸ ਹਿਸਾਬ ਨਾਲ 24 ਲੱਖ ਜੋ ਨੇ ਮੌਤਾਂ ਹੋਈਆਂ ਨੇ ਕੋਵਿਡ ਕਰਕੇ,
ਅਤੇ 1117 ਲੱਖ ਟੋਟਲ ਕੇਸ ਹੋਏ ਨੇ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕੋਵਿਡ ਇੱਕ ਬਹੁਤ ਖਤਰਨਾਕ ਬਿਮਾਰੀ ਹੈ। ਹਰ ਇੱਕ ਲੱਖ ਮਰੀਜ਼ਾਂ ਵਿੱਚੋਂ 2200 ਮਰੀਜ਼ ਜੋ ਨੇ ਪ੍ਰਾਣ ਤਿਆਗ ਦਿੰਦੇ ਨੇ, ਯਾਨੀ ਡੈਥ ਰੇਟ ਜੋ ਹੈ ਇਸ ਦਾ 2.2% ਹੈ। ਜਿੱਥੇ ਅਸੀਂ ਵੇਖਿਆ ਕਿ ਵੈਕਸੀਨ ਦੇ ਨਾਲ ਜੇ 1 ਲੱਖ ਬੰਦਿਆਂ ਨੂੰ ਵੈਕਸੀਨ ਦਿੱਤੀ ਜਾਵੇ, ਕੇਵਲ ਤੇ ਕੇਵਲ ਇੱਕ ਹੀ ਬੰਦਾ ਜੋ ਹੈ ਉਹਨੂੰ ਸੀਵੀਅਰ ਐਲਰਜਿਕ ਰਿਐਕਸ਼ਨ ਹੋਣ ਦੀ ਸੰਭਾਵਨਾ ਹੈ। ਪਰ ਜੋ ਮੌਤ ਦਾ ਸ਼ਿਕਾਰ ਹੁੰਦਾ ਮਰੀਜ਼ ਹੈ, ਹਰ ਇੱਕ ਲੱਖ ਵਿੱਚੋਂ 2200। ਇਸ ਗੱਲ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਜੇ ਲੱਖ ਪ੍ਰਾਣੀ ਕੋਵਿਡ ਦੀ ਵੈਕਸੀਨ ਲੈਣ, ਉਸ ਦੇ ਨਾਲ ਤਕਰੀਬਨ 2200 ਮੌਤਾਂ ਹੋਣ ਤੋਂ ਰੋਕੀਆਂ ਜਾ ਸਕਦੀਆਂ ਨੇ। 2200 ਮੌਤਾਂ ਜੇ ਲੱਖ ਪ੍ਰਾਣੀ ਜੋ ਨੇ ਕੋਵਿਡ ਦੀ ਵੈਕਸੀਨ ਲੈਣ। ਹੁਣ ਅਗਲੀ ਗੱਲ ਆਪਾਂ ਗੱਲ ਕਰੀਏ ਐਨੀਮਲ ਪ੍ਰੋਡਕਟ ਦੇ ਬਾਰੇ। ਐਨੀਮਲ ਪ੍ਰੋਡਕਟ ਬਾਰੇ ਵੈਕਸੀਨ ਦਾ ਇੰਨਾ ਹੀ ਤੁਸੀਂ ਗੂਗਲ 'ਤੇ ਪਾ ਦੇਵੋ, ਫੀਟਲ ਬੋਵਾਈਨ ਸਿਰਮ ਇਨ ਵੈਕਸੀਨਸ, ਉਹਦੇ ਲਿਖਿਆ ਆ ਜਾਏਗਾ ਫੀਟਲ ਬੋਵਾਈਨ ਸਿਰਮ ਇਜ਼ ਅ ਬਾਈ ਪ੍ਰੋਡਕਟ ਆਫ ਦ ਮੀਟ ਇੰਡਸਟਰੀ ਵਿਚ ਇਜ਼ obtained by slaughtering pregnant cows and it is a building block of vaccines। building block ਹੁੰਦਾ ਹੈ ਫਾਊਂਡੇਸ਼ਨ ਕੋਈ ਇਮਾਰਤ ਖੜੀ ਹੁੰਦੀ ਹੈ ਨਾ, ਉਹਦੀ ਨੀਂਵ ਜਿਹੜੀ ਹੁੰਦੀ ਹੈ ਨਾ, ਉਹਨੂੰ ਕਹਿੰਦੇ ਆ ਬਿਲਡਿੰਗ ਬਲੌਕ। ਸੋ ਜਿਹੜੀ ਵੈਕਸੀਨਸ ਨੇ ਇਹਨਾਂ ਨੂੰ ਐਨੀਮਲ ਪ੍ਰੋਡਕਟ ਵਿੱਚ ਮੈਨੂਫੈਕਚਰ ਕੀਤਾ ਜਾਂਦਾ ਹੈ, ਕਿਉਂਕਿ ਸੈਲਸ ਨੂੰ ਗਰੋ ਕਰਨ ਵਾਸਤੇ ਐਨੀਮਲ ਪ੍ਰੋਟੀਨ ਦੀ ਲੋੜ ਹੁੰਦੀ ਹੈ, ਜਿਹਦੇ ਵਿੱਚ ਵੈਕਸੀਨਸ ਮੈਨੂਫੈਕਚਰ ਕੀਤੀਆਂ ਜਾਂਦੀਆਂ ਨੇ। ਇਹਦੇ 11 ਪ੍ਰੂਫਸ ਮੈਂ ਆਪਣੀ ਵੈਬਸਾਈਟ 'ਤੇ ਪਾਇਆ ਹੋਇਆ ਹੈ, ਯੂ ਕੈਨ ਰੀਡ ਇਟ www.gosatvik.ca/fbs। 11 proofs that cow blood is inside the COVID-19 vaccines in India। ਭਾਈ ਸਾਹਿਬ ਜੀ, ਅਸੀਂ ਤੁਹਾਡੇ ਕਹਿਣ 'ਤੇ ਤੁਹਾਡੀ ਵੈਬਸਾਈਟ 'ਤੇ ਪਹੁੰਚ ਗਏ ਹਾਂ, gosatvik.ca/fbs। ਇੱਥੇ ਤੁਸੀਂ ਜੋ 11 ਪ੍ਰੂਫਸ ਪ੍ਰੈਜ਼ੈਂਟ ਕੀਤੇ ਨੇ ਉਹਨਾਂ ਦੇ ਥਰੂ ਅਸੀਂ ਗਏ ਹਾਂ, ਅਤੇ ਉਹ ਵੇਖ ਕੇ ਸਾਨੂੰ ਇਹ ਪਤਾ ਚੱਲਿਆ ਹੈ ਕਿ ਇਹ ਸਾਰੇ ਜੋ ਵੈਕਸੀਨ ਰਿਲੇਟਡ ਪ੍ਰੂਫਸ ਨਹੀਂ ਨੇ, ਸਿਰਫ 2-3 ਵੈਕਸੀਨ ਰਿਲੇਟਡ ਨੇ। ਕਈ ਜਿਸ ਤਰ੍ਹਾਂ ਹੈ ਮੀਜ਼ਲਸ ਵੈਕਸੀਨ ਰਿਲੇਟਡ ਹੈ, ਅਸੀਂ ਇੱਥੇ ਕੋਵਿਡ ਵੈਕਸੀਨ ਦੀ ਗੱਲ ਕਰ ਰਹੇ ਹਾਂ, ਨਾ ਕਿ ਮੀਜ਼ਲਸ ਵੈਕਸੀਨ ਦੀ। ਅਤੇ ਬਾਕੀ ਜਿਹੜੇ ਪ੍ਰੂਫ ਨੇ ਇਹਨਾਂ ਬਾਰੇ ਇਹਨਾਂ ਵਿੱਚ ਦਿੱਤਾ ਹੋਇਆ ਕਿ ਫੀਟਲ ਬੋਵਾਈਨ ਸੀਰਮ ਮਾਰਕੀਟ ਕੀ ਹੈ ਵਗੈਰਾ ਵਗੈਰਾ। ਸਾਨੂੰ ਫੀਟਲ ਬੋਵਾਈਨ ਸੀਰਮ ਨਾਲ ਦੇ ਬਾਰੇ ਗੱਲ ਨਹੀਂ ਕਰਨੀ, ਅਸੀਂ ਦੇਖਣਾ ਚਾਹੁੰਦੇ ਹਾਂ ਕਿ ਫੀਟਲ ਬੋਵਾਈਨ ਸੀਰਮ ਉਹਦੇ ਵਿੱਚ ਕੋਵਿਡ ਵੈਕਸੀਨ ਵਿੱਚ ਹੈ ਜਾਂ ਨਹੀਂ। ਉਹਦੇ ਵਾਸਤੇ ਤੁਸੀਂ ਜੋ ਪ੍ਰੂਫਸ ਦਿੱਤੇ ਨੇ, ਨੰਬਰ 1 ਨੰਬਰ 2 ਥੋੜ੍ਹੇ ਰੈਲੇਵੈਂਟ ਸਨ। ਉਹਨਾਂ ਵਿੱਚ ਅਸੀਂ ਗਏ, ਉੱਥੇ ਵੇਖਿਆ ਕਿ ਵਾਈ ਇਟ ਇਜ਼ ਬੀਂਗ ਯੂਜ਼ ਟੂ ਡਿਵੈਲਪ ਇੰਡੀਅਨ ਕੋਵਿਡ ਵੈਕਸੀਨ। ਡਿਵੈਲਪਮੈਂਟ ਆਫ ਵੈਕਸੀਨ ਜੋ ਸਟੇਜ ਹੁੰਦਾ, ਉਹ ਪਹਿਲਾ ਸਟੇਜ ਹੁੰਦਾ ਵੈਕਸੀਨ ਦੀ ਮੈਨੂਫੈਕਚਰਿੰਗ ਤੋਂ ਪਹਿਲਾਂ। ਜਦੋਂ ਉਹਦੀ ਟੈਸਟਿੰਗ ਹੋ ਰਹੀ ਹੁੰਦੀ ਹੈ, ਉਦੋਂ ਫੀਟਲ ਬੋਵਾਈਨ ਸੀਰਮ ਵਿੱਚ ਜੋ ਹੈ ਟੈਸਟਿੰਗ ਕਰਦੇ ਨੇ। ਉਹ ਦੇਖਦੇ ਨੇ ਕਿ ਇਹ ਵੈਕਸੀਨ ਜਿਹੜੀ ਹੈ ਇਹ ਕਾਮਯਾਬ ਹੋਏਗੀ ਜਾਂ ਨਹੀਂ। ਉਸ ਤੋਂ ਬਾਅਦ ਫਿਰ ਉਹ ਹਿਊਮਨਸ 'ਤੇ ਆਉਂਦੇ ਨੇ, ਹਿਊਮਨਸ 'ਤੇ ਟੈਸਟਿੰਗ ਕਰਦੇ ਨੇ, ਪਹਿਲੇ ਐਨੀਮਲ ਰਿਲੇਟਡ ਟੈਸਟਿੰਗ ਕਰਦੇ ਨੇ। ਅਤੇ ਇੱਥੇ ਜੋ ਹੈ ਕੋਵਿਡ ਵੈਕਸੀਨਸ ਦੀ veg.society.org ਕਰਕੇ ਵੈਬਸਾਈਟ ਹੈ, ਇੱਥੇ ਦਿੱਤੀ ਗਈ ਹੈ ਇਨਫੋਰਮੇਸ਼ਨ ਕਿ according to Pfizer's press release team and available government information, this vaccine does not contain animal products। ਇਸ ਵਿੱਚ ਕੋਈ ਐਨੀਮਲ ਪ੍ਰੋਡਕਟਸ ਹੈ ਨਹੀਂ। ਬਾਕੀ ਵੈਕਸੀਨਸ ਜੋ ਹੈ ਉਹ ਐਗਸ ਵਿੱਚ ਵੀ ਗਰੋ ਹੁੰਦੀਆਂ ਨੇ, ਇਹਦੇ ਵਿੱਚ ਕੋਈ ਐਗਸ ਵੀ ਨਹੀਂ ਯੂਜ਼ ਹੋਏ ਅਤੇ ਬਾਇਓਲੋਜੀਕਲ ਸੈਂਪਲਸ ਵੀ ਨਹੀਂ ਯੂਜ਼ ਹੋਏ। ਪਰ ਐਨੀਮਲ ਪ੍ਰੋਡਕਟਸ ਡਿਊਰਿੰਗ ਡਿਵਲਪਮੈਂਟ ਸਟੇਜ ਯੂਜ਼ ਹੋਏ ਸਨ। ਡਿਵਲਪਮੈਂਟ ਸਟੇਜ ਜਿਸ ਤਰ੍ਹਾਂ ਅਸੀਂ ਕਿਹਾ ਕਿ ਮੈਨੂਫੈਕਚਰਿੰਗ ਨਹੀਂ ਹੈ, ਇਹ ਜਦੋਂ ਵੈਕਸੀਨ ਬਣਾਉਣ ਤੋਂ ਪਹਿਲੇ ਜੋ ਟੈਸਟਿੰਗ ਹੁੰਦੀ ਉਸ ਦੇ ਵਿੱਚ ਹੈ। ਇਟ ਹੈਜ਼ ਬੀਨ ਟੈਸਟਿਡ ਔਨ ਐਨੀਮਲਸ। ਐਨੀਮਲ ਟੈਸਟਿੰਗ ਜੋ ਹੈ ਵੱਖਰੇ ਵੱਖਰੇ ਦੇਸ਼ਾਂ ਵਿੱਚ ਕਰਨੀ ਲਾਜ਼ਮੀ ਹੈ ਵੈਕਸੀਨ ਰਿਲੀਜ਼ ਕਰਨ ਤੋਂ ਪਹਿਲਾਂ। ਜੋ ਆਕਸਫੋਰਡ ਐਸਟਰਾਜ਼ੇਨੇਕਾ ਵੈਕਸੀਨ ਹੈ, ਉਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੈਬਸਾਈਟ 'ਤੇ ਲਿਖਿਆ ਹੋਇਆ ਹੈ ਕਿ ਦਿਸ ਵੈਕਸੀਨ ਡਜ਼ ਨਾਟ ਕੰਟੇਨ ਐਨੀ ਐਨੀਮਲ ਪ੍ਰੋਡਕਟਸ। ਇਟ ਹੈਜ਼ ਯੂਜ਼ਡ ਐਨੀਮਲਸ, ਯਾਨੀ ਐਨੀਮਲਸ ਦੀ ਯੂਜ਼ ਹੁੰਦੀ ਹੈ, ਜਿਸ ਤਰ੍ਹਾਂ ਚਿੰਪੈਂਜ਼ੀਜ਼ ਨੂੰ ਡਿਵਲਪਮੈਂਟ ਸਟੇਜ ਵਿੱਚ ਯੂਜ਼ ਕੀਤਾ ਜਾਂਦਾ ਹੈ ਇਸ ਵੈਕਸੀਨ ਵਾਸਤੇ। ਬਟ ਇਸ ਜੋ ਵੈਕਸੀਨ ਵਿੱਚ ਐਂਡ ਪ੍ਰੋਡਕਟ ਜੋ ਹੁੰਦਾ ਉਸ ਵਿੱਚ ਕੋਈ ਜੋ ਨੇ ਐਨੀਮਲ ਸੈਲਸ ਜਾਂ ਐਨੀਮਲ ਪ੍ਰੋਡਕਟਸ ਜੋ ਨੇ ਨਹੀਂ ਪਾਏ ਗਏ। ਤੁਸੀਂ ਇਸੇ ਚੀਜ਼ ਨੂੰ ਬਾਕੀ ਹੋਰ ਕਈ ਜਗ੍ਹਾ 'ਤੇ ਵੀ ਦੇਖ ਸਕਦੇ ਹੋ ਕਿ ਆਲ ਅਪਰੂਵਡ ਕੋਵਿਡ ਵੈਕਸੀਨਸ ਡੂ ਨਾਟ ਕੰਟੇਨ ਐਨੀ ਐਨੀਮਲ ਪ੍ਰੋਡਕਟਸ। ਇੱਕ ਹੋਰ ਚੀਜ਼ ਇੱਥੇ ਦੇਖਣ ਯੋਗ ਹੈ ਕਿ ਆਪ ਜੀ ਨੇ ਆਪਣੇ ਵੈਬਸਾਈਟ 'ਤੇ ਥੋੜ੍ਹਾ ਸਾ ਫੇਸ ਮਾਸਕ ਬਾਰੇ ਲਿਖਿਆ ਹੈ। ਇਹ ਕਹਿਣਾ ਚਾਹਿਆ ਕਿ ਫੇਸ ਮਾਸਕ ਸਾਨੂੰ ਨਹੀਂ ਵਰਤਣੇ ਚਾਹੀਦੇ। ਟਰੰਪ ਤੇ ਅਮਰੀਕਾ ਵਿੱਚ ਫੇਸ ਮਾਸਕ ਨਾ ਵਰਤਣ ਕਰਕੇ ਕੀ ਹੋਇਆ ਆਪ ਸਾਰਿਆਂ ਨੂੰ ਪਤਾ ਹੀ ਹੈ, ਅਤੇ ਸਾਨੂੰ ਸਮਝ ਨਹੀਂ ਆਉਂਦੀ ਤੇ ਕਿ ਆਪ ਜੀ 'ਤੇ ਵਿਸ਼ਵਾਸ ਕਿਸ ਤਰ੍ਹਾਂ ਕੀਤਾ ਜਾਵੇ। ਠੀਕ ਹੈ ਜੀ। ਨੈਕਸਟ ਗੱਲ ਕਰੀਏ ਆਪਾਂ ਇਹਦੇ ਨਾਲ ਇਨਫਰਟੀਲਿਟੀ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਸੋ ਇੱਥੇ ਗੱਲ ਇਹ ਆ ਕਿ ਕਈ ਸਾਰੀ ਹੈਲਥ ਆਰਗੇਨਾਈਜੇਸ਼ਨਸ ਨੇ ਆਪਣੀ ਹੀ ਗਾਈਡਲਾਈਨਸ ਵਿੱਚ ਇਹ ਲਿਖਿਆ ਹੈ, ਇਫ ਯੂ ਆਰ ਪਲੈਨਿੰਗ ਟੂ ਹੈਵ ਬੇਬੀ ਜਾਂ ਤੁਸੀਂ ਫੈਮਿਲੀ ਪਲੈਨਿੰਗ ਕਰਦੇ ਪਏ ਹੋ ਤੇ ਇਹ ਵੈਕਸੀਨ ਨਾ ਲਵੋ, ਜਾਂ ਆਪਣੇ ਡਾਕਟਰ ਦੀ ਸਲਾਹ ਲਵੋ। ਦੂਜੀ ਗੱਲ, ਪ੍ਰੈਗਨੈਂਟ ਲੇਡੀਜ਼ ਨੂੰ ਇਹ ਨਹੀਂ ਲੈਣੀ ਚਾਹੀਦੀ ਹੈ, ਇਹ ਕਈ ਸਾਰੀ ਗਾਈਡਲਾਈਨਸ ਵਿੱਚ ਆ ਚੁੱਕੀ ਹੈ ਆਲਰੇਡੀ ਗੱਲ। ਦੂਜੀ ਗੱਲ, ਇਨਫਰਟੀਲਿਟੀ ਇਹਦੇ ਨਾਲ ਨਹੀਂ ਹੁੰਦੀ ਹੈ, ਇਹਦਾ ਪ੍ਰੂਫ ਕੀ ਹੈ?
ਕੀ ਤੁਸੀਂ ਇਹ ਟੈਸਟ ਕਰਕੇ ਦੇਖੀ ਹੈ ਕਿ ਇਨਫਰਟੀਲਿਟੀ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ? ਜੇ ਮੰਨ ਲਓ ਅੱਜ ਤੁਸੀਂ ਲੱਖ ਬੰਦਿਆਂ ਨੂੰ ਲਗਾ ਦੋਗੇ, 4 ਸਾਲ ਬਾਅਦ ਚੈੱਕ ਕਰੋਗੇ ਕਿ ਉਹਨਾਂ ਨੂੰ ਇਨਫਰਟੀਲਿਟੀ ਆਈ ਕਿ ਨਹੀਂ ਆਈ, ਫਿਰ ਆਪਾਂ ਕਹਿ ਸਕਦੇ ਹਾਂ ਇਨਫਰਟੀਲਿਟੀ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ। ਅਜੇ ਤਾਂ ਤੁਸੀਂ ਲਾਈ ਨਹੀਂ, ਅਜੇ ਤੁਸੀਂ ਚੈੱਕ ਹੀ ਨਹੀਂ ਕੀਤਾ, ਤੁਸੀਂ ਕਿਵੇਂ ਕਹਿ ਸਕਦੇ ਹੋ ਇਨਫਰਟੀਲਿਟੀ ਨਹੀਂ ਹੋ ਸਕਦੀ? ਪਰ ਮੈਂ ਤੁਹਾਨੂੰ ਦੱਸਦਾ, ਬਿਲ ਗੇਟਸ ਜਦ ਇੰਡੀਆ ਆਇਆ ਸੀਗਾ, ਆਂਧਰਾ ਪ੍ਰਦੇਸ਼ ਦੀ 30,000 ਗਰਲਸ ਨੂੰ ਇਹਨਾਂ ਨੇ ਐਕਸਪੈਰੀਮੈਂਟਲ ਵੈਕਸੀਨ ਲਗਾਈ ਸੀ, ਇਹ ਕਹਿ ਕੇ ਕਿ ਅਸੀਂ ਤੁਹਾਨੂੰ ਹੈਲਥ ਟੌਨਿਕ ਦੇ ਰਹੇ ਹਾਂ, ਇਹਦੇ ਨਾਲ ਤੁਹਾਨੂੰ ਕਦੀ ਕੈਂਸਰ ਨਹੀਂ ਹੋਏਗਾ। ਤੇ ਹੋਇਆ ਕਿ ਕਈ ਕੁੜੀਆਂ ਦੀ ਮੌਤ ਹੋ ਗਈ, ਕਈ ਕੁੜੀਆਂ ਨੂੰ ਸੀਜ਼ਰਸ ਆ ਗਿਆ, ਕਈ ਕੁੜੀਆਂ ਇਨਫਰਟਾਈਲ ਹੋ ਗਈ। ਐਜ਼ ਅ ਰਿਜ਼ਲਟ ਉੱਥੇ ਦੇ ਜਿਹੜੇ ਗਾਂਵ ਵਾਲੇ ਨੇ ਉਹਨਾਂ ਨੇ ਭਜਾਤਾ ਇਹਨਾਂ ਵੈਕਸੀਨਾਂ ਵਾਲਿਆਂ ਨੂੰ, ਤੇ ਇੰਡੀਆ ਦੀ ਵੀ ਰਿਪੋਰਟ ਨਿਕਲੀ ਸੀ ਕਿ ਬਿਲ ਗੇਟਸ ਨੂੰ ਇੰਡੀਆ ਤੋਂ ਭਜਾਤਿਆ ਸੀਗਾ। ਲੇਕਿਨ ਫਿਰ ਹੁਣ ਬਿਲ ਗੇਟਸ ਪੈਸੇ ਦੇ ਕੇ ਇੰਡੀਆ ਵਿੱਚ ਐਂਟਰੀ ਕਰ ਚੁੱਕਿਆ ਹੈ। ਜਿਵੇਂ ਅੰਬਾਨੀ ਅਡਾਨੀ ਮੋਦੀ ਨੂੰ ਕੰਟਰੋਲ ਕਰਦੇ ਆ, ਜਿਵੇਂ ਆਪਣੇ ਦੇਸ਼ ਦੇ ਲੀਡਰਾਂ ਨੂੰ ਕੰਟਰੋਲ ਕਰਦੇ ਆ, ਇਸੇ ਤਰ੍ਹਾਂ ਬਿਲ ਗੇਟਸ ਫਾਰਮਾਸਿਊਟੀਕਲ ਕੰਟਰੀਜ਼ ਵੀ ਮੈਕਸਿਮਮ ਫੰਡਿੰਗ ਜਿਹੜੀ ਹੁੰਦੀ ਹੈ ਉਹਨਾਂ ਦੀ ਹੀ ਆਉਂਦੀ ਹੈ ਸਰਕਾਰਾਂ ਨੂੰ। ਐਜ਼ ਅ ਰਿਜ਼ਲਟ ਜਿਹੜੀ ਸਰਕਾਰ ਬੋਲਦੀ ਹੈ ਉਹ ਫਾਰਮਾਸਿਊਟੀਕਲ ਕੰਪਨੀ ਦੇ ਪਪੇਟਸ ਦੇ ਵਾਂਗ ਬਸ ਤੋਤਾ ਜਿਵੇਂ ਬੋਲਦਾ ਉੱਦਾਂ ਹੀ ਬੋਲਦੀ ਹੈ। ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਵੈਕਸੀਨ ਦੇ ਕਾਰਨ ਇਨਫਰਟੀਲਿਟੀ ਹੁੰਦੀ ਹੈ। ਜੇ ਇਸ ਤਰ੍ਹਾਂ ਹੁੰਦਾ ਤਾਂ ਫਿਰ ਲੋਕਾਂ ਨੂੰ ਵੱਖਰੇ ਵੱਖਰੇ ਪ੍ਰੋਸੀਜਰ ਜੋ ਹੈ ਉਹ ਨਾ ਕਰਾਉਣੇ ਪੈਂਦੇ ਤਾਂ ਕਿ ਅੱਗੇ ਬੱਚੇ ਨਾ ਹੋਣ। ਉਹ ਵੈਕਸੀਨ ਲੈ ਲੈਂਦੇ, ਉਹਨਾਂ ਨਾਲ ਉਹਨਾਂ ਦੇ ਬੱਚੇ ਹੋਣੇ ਰੁਕ ਜਾਣਗੇ। ਅਤੇ ਜੇ ਅਸੀਂ ਵੇਖੀਏ ਬਿਲ ਗੇਟਸ 'ਤੇ ਜਿਹੜਾ ਕੇਸ ਚੱਲਿਆ ਸੀ ਉਸ ਦੀ ਗੱਲ ਕਰਦੇ ਨੇ, ਅਤੇ ਬਿਲ ਗੇਟਸ 'ਤੇ ਕੋਈ ਵੀ ਕੇਸ ਪਹਿਲੀ ਗੱਲ ਹੈ ਨਹੀਂ ਹੈ, ਇੱਕ ਫਾਲਸ ਨਿਊਜ਼ ਹੈ। ਵੈਕਸੀਨ ਲੈਣ ਤੋਂ ਬਾਅਦ ਕਹਿੰਦੇ ਨੇ ਕਿ ਕੁੜੀਆਂ ਦੀ ਮੌਤ ਹੋਈ ਸੀ। 7 ਕੁੜੀਆਂ ਮਰੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਦਾ ਕਾਰਨ ਮਰਨ ਦਾ ਸੀ ਕਿ ਉਹ ਡੁੱਬ ਕੇ ਮਰੀ ਹੈ, ਇੱਕ ਨੂੰ ਸੱਪ ਲੜਿਆ ਸੀ, 2 ਨੇ ਸੁਸਾਈਡ ਕੀਤਾ ਸੀ, ਇੱਕ ਨੂੰ ਮਲੇਰੀਆ ਹੋਇਆ ਸੀ। ਅਤੇ ਤੁਸੀਂ ਇਸ ਤਰ੍ਹਾਂ ਵੇਖ ਸਕਦੇ ਹੋ ਕਿ ਵੈਕਸੀਨ ਦਾ ਡੁੱਬ ਕੇ ਮਰਨ ਨਾਲ ਜਾਂ ਸੱਪ ਲੜਨ ਨਾਲ ਕੋਈ ਮੇਰੇ ਖਿਆਲ ਨਾਲ ਲੈਣਾ ਦੇਣਾ ਹੈ ਨਹੀਂ। ਅਤੇ ਇਹੋ ਜਿਹੀਆਂ ਗੱਲਾਂ ਕਰਨੀਆਂ ਜੋ ਠੀਕ ਨਹੀਂ ਲੱਗਦੀਆਂ। ਠੀਕ ਹੈ, ਫਿਰ ਕੀਨੀਆ ਵਿੱਚ ਕੀ ਹੋਇਆ ਸੀ, ਅਫਰੀਕਨ ਕੰਟਰੀਜ਼ ਨੂੰ ਤਾਂ ਬਹੁਤ ਲੰਬੀ ਹਿਸਟਰੀ ਹੈਗੀ, ਉਹਨਾਂ ਨੂੰ ਗਿਨੀ ਪਿਗ ਬਣਾ ਕੇ ਉਹਨਾਂ 'ਤੇ ਐਕਸਪੈਰੀਮੈਂਟ ਕੀਤੇ ਜਾਂਦੇ ਹੈ। ਕੀਨੀਆ ਵਿੱਚ ਇਸੇ ਤਰ੍ਹਾਂ ਵੈਕਸੀਨ ਲਗਾਈ ਗਈ ਸੀਗੀ, ਅਤੇ ਉੱਥੇ ਟੈਟਨਸ ਦੀ ਵੈਕਸੀਨ ਸੀਗੀ ਸ਼ਾਇਦ, ਅਤੇ ਉਹਦੇ ਨਾਲ ਕੀ ਕੀਤਾ ਕਿ ਕਈ ਸਾਰੀ ਕੁੜੀਆਂ ਨੂੰ ਇਨਫਰਟੀਲਿਟੀ ਹੋ ਗਈ ਸੀ ਅਤੇ ਪ੍ਰੋਬਲਮ ਆਈ ਸੀਗੀ, ਫਿਰ ਉੱਥੋਂ ਭਜਾਤਾ ਸੀਗਾ ਇਹਨਾਂ ਨੂੰ। ਸੋ ਇਹ ਤਾਂ ਇਹਨਾਂ ਦੀ ਹਿਸਟਰੀ ਹੈਗੀ। ਸੋ ਇਹ ਇੱਕ ਹੋਰ ਬੇਬੁਨਿਆਦ ਅਫਵਾਹ ਜੋ ਹੈ ਫੈਲਾਈ ਜਾ ਰਹੀ ਹੈ ਕਿ ਕੀਨੀਆ ਵਿੱਚ ਕੁੜੀਆਂ ਵਿੱਚ ਇਨਫਰਟੀਲਿਟੀ ਹੋਈ ਸੀ ਟੈਟਨਸ ਦੇ ਵੈਕਸੀਨ ਦੇ ਕਾਰਨ। ਕੋਈ ਇਨਫਰਟੀਲਿਟੀ ਨਹੀਂ ਹੋਈ। ਇੰਨਾ ਜ਼ਰੂਰ ਹੋਇਆ ਕਿ ਪਹਿਲੇ ਮੌਤਾਂ ਜਿਹੜੀਆਂ ਸਨ ਉਹ ਜ਼ਿਆਦਾ ਹੁੰਦੀਆਂ ਸਨ, ਤਕਰੀਬਨ 7.5 ਲੱਖ ਤੋਂ ਵੱਧ ਮੌਤਾਂ ਹੁੰਦੀਆਂ ਸਨ ਹਰ ਸਾਲ। ਹੁਣ ਉਹ ਘੱਟ ਕੇ 50,000 ਤੋਂ ਘੱਟ ਹੋ ਗਈਆਂ ਨੇ, ਯਾਨੀ ਤਕਰੀਬਨ 7 ਲੱਖ ਜੋ ਨੇ ਮੌਤਾਂ ਹਰ ਸਾਲ ਘੱਟ ਹੁੰਦੀਆਂ ਨੇ ਵੈਕਸੀਨ ਲਗਾਉਣ ਕਰਕੇ। ਇਹ ਅਫਵਾਹ 1994 ਵਿੱਚ ਸ਼ੁਰੂ ਹੋਈ ਸੀ ਅਤੇ ਅੱਜ ਕੱਲ੍ਹ ਵੀ ਇਹ ਥੋੜ੍ਹੀ ਜਿਹੀ ਫੈਲਾਈ ਜਾ ਰਹੀ ਹੈ। ਜਿਹੜੇ ਕਹਿੰਦੇ ਨੇ ਵੈਕਸੀਨ ਨਾ ਲਗਾਓ, ਵੈਕਸੀਨ ਨਾ ਲਗਾਓ, ਕਿਉਂਕਿ ਉਹਨਾਂ ਦਾ ਨਿੱਜੀ ਕੋਈ ਸਵਾਰਥ ਹੁੰਦਾ ਹੈ, ਇਸ ਕਰਕੇ ਉਹ ਇਹੋ ਜਿਹੀਆਂ ਜੋ ਹਨ ਬੇਬੁਨਿਆਦ ਅਫਵਾਹਾਂ ਫੈਲਾਈ ਜਾਂਦੇ ਨੇ। ਸੋ ਹੁਣ ਇੱਥੇ ਗੱਲ ਆਈ ਕਿ ਜੇ ਤੁਸੀਂ ਸਾਇੰਟਿਸਟ ਤੇ ਡਾਕਟਰਸ ਨਾਲ ਇਨਫੋਰਮੇਸ਼ਨ ਲਈ ਹੈ, ਤੇ ਆਲ ਡਾਕਟਰਸ ਡੂ ਨਾਟ ਐਗਰੀ ਵਿਦ ਦ ਵੈਕਸੀਨ, ਆਲ ਡਾਕਟਰਸ ਡੂ ਨਾਟ ਐਗਰੀ, ਆਲ ਸਾਇੰਟਿਸਟ ਡੂ ਨਾਟ ਐਗਰੀ ਵਿਦ ਦ ਲੋਕਡਾਊਨਸ ਐਂਡ ਆਲ ਥੀਸ ਮੈਜਰਸ ਦੈਟ ਆਰ ਬੀਂਗ ਟੇਕਨ। ਸੋ ਉਸ ਡਾਕਟਰਸ ਦੀ ਲਿਸਟ ਵਿੱਚ ਆਪਾਂ ਗੱਲ ਕਰੀਏ ਤੇ www.worlddoctorsalliance.com ਤੇ ਜਾਓਗੇ ਤੇ ਉੱਥੇ ਆ ਜਾਏਗੀ ਲਿਸਟ। ਪ੍ਰੋਫੈਸਰ ਡੋਲਰਸ ਕਾਹਿਲ, ਡਾਕਟਰ ਮੁਹੰਮਦ ਆਡਿਲ, ਇਹ ਤਾਂ ਯੂਕੇ ਦੇ ਹੀ ਡਾਕਟਰ ਹੈਗੇ, ਡਾਕਟਰ ਐਂਡਰਿਊ ਕਾਫਮੈਨ, ਡਾਕਟਰ ਹੇਕੋ, ਡਾਕਟਰ ਸਕਾਟ, ਡਾਕਟਰ ਏਕੇ, ਡਾਕਟਰ ਹਿਲਡੇ, ਡਾਕਟਰ ਵਰਨਨ ਕੋਲਮੈਨ, ਇਹ ਵੀ ਡਾਕਟਰ ਯੂਕੇ ਦੇ ਹੀ ਹੈਗੇ। ਜੇ ਆਪਾਂ ਵੇਖੀਏ ਤਾਂ ਵਰਲਡ ਡਾਕਟਰਸ ਅਲਾਇੰਸ ਇੱਕ ਇਹੋ ਜਿਹੀ ਸੰਸਥਾ ਹੈ ਜਿਨ੍ਹਾਂ ਨੇ ਫੇਕ ਨਿਊਜ਼ ਫੈਲਾਉਣਾ ਸ਼ੁਰੂ ਕਰਤਾ। ਉਹਨਾਂ ਨੇ ਜੋ ਯੂਕੇ ਦੇ ਨਿਊਜ਼ਪੇਪਰਸ ਨੇ ਉਹਨਾਂ ਦੇ ਫੇਕ ਫਰੰਟ ਪੇਜਸ ਬਣਾਤੇ ਔਰ ਕਿਹਾ ਕਿ ਵੈਕਸੀਨ ਵਾਲਿਆਂ ਨੇ ਕਿਹਾ ਕਿ ਵੈਕਸੀਨ ਅਸਲ 'ਚ ਵੈਕਸੀਨ ਨਹੀਂ ਹੈ, ਵੈਕਸੀਨ ਚੱਲੇਗੀ ਨਹੀਂ ਵਗੈਰਾ ਵਗੈਰਾ। ਜੇ ਉਹਨਾਂ ਦੀ ਗੱਲ ਸੱਚੀ ਹੁੰਦੀ ਤਾਂ ਉਹਨਾਂ ਨੂੰ ਫੇਕ ਨਿਊਜ਼ ਔਰ ਫੇਕ ਨਿਊਜ਼ਪੇਪਰ ਦੇ ਫਰੰਟ ਪੇਜਸ ਬਣਾਉਣ ਦੀ ਕੀ ਲੋੜ ਸੀ? ਇਹ ਤੁਸੀਂ ਆਪ ਸਮਝੋ ਅਤੇ ਸੋਚੋ। ਇਸੇ ਤਰ੍ਹਾਂ ਇੱਕ ਵੈਬਸਾਈਟ ਹੈ ਕਿ gbdeclaration.org, ਇਸ ਦੇ ਉੱਤੇ ਅਰਾਊਂਡ 50,000 ਡਾਕਟਰਸ ਡੂ ਨਾਟ ਸਪੋਰਟ ਥੀਸ ਮੈਂਡੇਟਸ ਆਫ ਲਾਕਡਾਊਨ ਐਂਡ ਡਿਸਟੈਂਸਿੰਗ। ਉਹ ਵੀ ਉਹਨਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ ਆਪਾਂ ਨੂੰ, ਉਹਨਾਂ ਡਾਕਟਰਸ ਨਾਲ। ਜੋ ਵੈਬਸਾਈਟ ਵੀਰ ਜੀ ਕਹਿਣਗੇ ਅਸੀਂ ਉੱਥੇ ਜ਼ਰੂਰ ਜਾਵਾਂਗੇ। ਇਹ GB ਡੈਕਲੇਰੇਸ਼ਨ ਵਾਲਿਆਂ ਦੀ ਵੈਬਸਾਈਟ ਹੈ। GB ਡੈਕਲੇਰੇਸ਼ਨ ਵਾਲਿਆਂ ਨੇ ਇਹ ਕਿਹਾ ਹੈ ਕਿ ਜੋ ਲੋਕਡਾਊਨ ਹੈ ਉਸ ਤੋਂ ਅੱਛਾ ਇੱਦਾਂ ਕੀਤਾ ਜਾਵੇ ਕਿ ਜਿਨ੍ਹਾਂ ਦੀ ਇਮਿਊਨਿਟੀ ਹਾਈ ਹੈ, ਜਿਵੇਂ ਕਿ ਨੌਜਵਾਨ ਵਿਅਕਤੀ, ਉਹਨਾਂ ਨੂੰ ਬਾਹਰ ਜਾਣ ਦਿੱਤਾ ਜਾਵੇ, ਅਤੇ ਜਿਨ੍ਹਾਂ ਦੀ ਇਮਿਊਨਿਟੀ ਲੋ ਹੈ ਉਹ ਘਰ ਰਹਿਣ। ਸੋ ਉਹਨਾਂ ਨੇ ਇਹ ਨਹੀਂ ਕਿਹਾ ਕਿ ਕੋਵਿਡ ਨਹੀਂ ਸੱਚਾ, ਵੈਕਸੀਨ ਨਹੀਂ ਲੈਣੀ ਚਾਹੀਦੀ ਜਾਂ ਇਹੋ ਜਿਹੀਆਂ ਕੋਈ ਗੱਲਾਂ। ਔਰ ਇਸ ਤਰ੍ਹਾਂ ਇਹਨਾਂ ਨੇ ਕਿਹਾ ਕਿ 50,000 ਡਾਕਟਰਾਂ ਨੇ ਸਾਈਨ ਕੀਤਾ ਵਗੈਰਾ ਵਗੈਰਾ। ਆਓ ਅਸੀਂ ਵੇਖੀਏ ਇਸ ਵੈਬਸਾਈਟ 'ਤੇ ਕਿ ਕਿੰਨਿਆਂ ਲੋਕਾਂ ਨੇ ਸਾਈਨ ਕੀਤਾ ਹੈ, ਕਿਸ ਤਰ੍ਹਾਂ ਹੋਇਆ ਹੈ, ਕੀ ਹੋਇਆ, ਇੱਕ ਸਾਰੇ ਡਾਕਟਰ ਨੇ, ਕੌਣ ਨੇ, ਕਿਸ ਤਰ੍ਹਾਂ ਨੇ। ਆਓ ਵੇਖੀਏ। ਹੁਣ ਅਸੀਂ ਜਾਵਾਂਗੇ ਸਾਈਨ ਦ ਡੈਕਲੇਰੇਸ਼ਨ 'ਤੇ। ਇੱਥੇ ਤੁਸੀਂ ਸਾਈਨ ਕਰ ਸਕਦੇ ਹੋ, ਜਾ ਕੇ ਕੋਈ ਵੀ ਸਾਈਨ ਕਰ ਸਕਦਾ ਹੈ, ਆਪਣਾ ਨਾਮ ਪਾ ਕੇ ਕੋਈ ਵੀ ਕਹਿ ਸਕਦਾ ਕਿ ਮੈਂ ਡਾਕਟਰ ਹਾਂ। ਅਸੀਂ ਵੇਖੀਏ ਹੁਣ ਕਿੰਨੇ ਸਿਗਨੇਚਰਸ ਆਏ ਨੇ। ਇੱਥੇ ਲਿਖਿਆ 41,455 ਜੋ ਨੇ ਡਾਕਟਰਾਂ ਦੇ ਸਿਗਨੇਚਰ ਆਏ ਨੇ।
ਇਸੇ ਵੈਬਸਾਈਟ 'ਤੇ ਥੱਲੇ ਜਾਈਏ ਔਰ ਵੇਖੀਏ ਕਿੰਨੇ ਸਿਗਨੇਚਰਸ ਅਸਲ 'ਚ ਹੋਏ ਨੇ। ਇੱਥੇ ਵੇਖਣ ਨੂੰ ਮਿਲਦਾ ਹੈ ਕਿ 500 ਤੋਂ ਘੱਟ, 450 ਤੋਂ ਘੱਟ ਡਾਕਟਰਾਂ ਦੇ ਸਿਗਨੇਚਰ ਇਸ ਡਿਕਲੇਰੇਸ਼ਨ ਦੇ ਹੈਗੇ ਨੇ। ਕਿ ਇੱਥੇ ਦਾਅਵਾ ਕੀਤਾ ਜਾ ਰਿਹਾ 50,000 ਦਾ ਅਤੇ 450 ਤੋਂ ਘੱਟ ਨਿਕਲੇ ਸਿਗਨੇਚਰ। ਇਸੇ ਤਰ੍ਹਾਂ ਹੋਰ ਰਾਸ਼ਿਦ ਬੁੱਟਰ ਹੋ ਗਏ ਜਾਂ ਹੋਰ ਇੰਨੇ ਸਾਰੇ ਇੰਡੀਆ ਦੇ ਡਾਕਟਰਸ ਹੈਗੇ, ਅਮਰ ਆਜ਼ਾਦ, ਡਾਕਟਰ ਸ਼ਿਵਾ ਅਯੁੱਧਰਾਏ ਯੂਐਸਏ ਦੇ, ਡਾਕਟਰ ਵਿਸ਼ਵਰੂਪ ਰੋਏ ਚੌਧਰੀ, ਬਹੁਤ ਸਾਰੇ ਡਾਕਟਰਸ ਨਹੀਂ ਸਪੋਰਟ ਕਰਦੇ ਇਸ ਚੀਜ਼ ਨੂੰ। ਉਹਨਾਂ ਨਾਲ ਕਿਉਂ ਨਹੀਂ ਆਪਾਂ ਲਾਈਵ ਡਿਬੇਟ ਕਰਦੇ, ਉਹਨਾਂ ਨੂੰ ਕਿਉਂ ਆਪਾਂ ਸ਼ੋਅ 'ਤੇ ਨਹੀਂ ਬੁਲਾਉਂਦੇ, ਉਹਨਾਂ ਦੀ ਇਨਫੋਰਮੇਸ਼ਨ ਕਿਉਂ ਨਹੀਂ ਲੈਂਦੇ, ਉਹ ਕੀ ਸੋਲੂਸ਼ਨ ਦੇ ਰਿਹਾ ਇਸ ਪੈਂਡੇਮਿਕ ਦਾ, ਉਹਨਾਂ ਤੋਂ ਕਿਉਂ ਨਹੀਂ ਪੁੱਛ ਰਿਹਾ ਸੀ, ਉਹਨਾਂ ਨੂੰ ਸੈਂਸਰ ਕਿਉਂ ਕੀਤਾ ਜਾ ਰਿਹਾ ਹੈ, ਰਾਸ਼ਿਦ ਬੁੱਟਰ ਦੀ ਵੀਡੀਓ ਕਿਉਂ ਡਿਲੀਟ ਕੀਤੀ ਜਾ ਰਹੀ ਹੈ, ਐਂਡਰੂ ਕਾਫਮੈਨ ਨੂੰ ਕਿਉਂ ਡਿਲੀਟ ਕੀਤਾ ਗਿਆ ਹੈ, ਡਾਕਟਰ ਜੂਡੀ ਮਿਕੋਵਿਚ ਨੂੰ ਕਿਉਂ ਡਿਲੀਟ ਕੀਤਾ ਗਿਆ ਹੈ, ਵਰਨਨ ਕੋਲਮੈਨ ਨੂੰ ਕਿਉਂ ਡਿਲੀਟ ਕੀਤਾ ਗਿਆ ਹੈ, ਡਾਕਟਰ ਵਿਸ਼ਵਰੂਪ ਰੋਏ ਚੌਧਰੀ ਨੂੰ ਕਿਉਂ ਡਿਲੀਟ ਕੀਤਾ ਗਿਆ ਹੈ। ਮੇਰੇ ਚੈਨਲ ਤੇ ਮੈਂ ਕਿਸੇ ਡਾਕਟਰ ਦੀ ਵੀਡੀਓ ਪਾਉਂਦਾ ਕਿਉਂ ਡਿਲੀਟ ਕਰ ਦਿੱਤੀ ਜਾਂਦੀ ਹੈ, ਜਦਕਿ ਉਹ ਮੈਡੀਕਲ ਪ੍ਰੋਫੈਸ਼ਨਲਸ ਨੇ। ਇਹਦੇ ਬਾਰੇ ਸਾਨੂੰ ਜਵਾਬ ਕੌਣ ਦੇਵੇਗਾ? ਲੀਡਰਸ ਦਾ ਕੰਮ ਸਾਨੂੰ ਜਵਾਬ ਦੇਣਾ ਹੈ ਕਿ ਆਪਣੇ ਰੂਲਸ ਥੋਪਣਾ ਹੈਗਾ? Hello everyone, my name is Kamalpreet Singh and I am a certified fitness nutrition specialist from American Council on Exercise. ਇਹ ਸਾਰੇ ਜੋ ਡਾਕਟਰਸ ਦੀ ਗੱਲ ਹੋ ਰਹੀ ਹੈ, ਜੋ ਸਪੈਸ਼ਲਿਸਟ ਦੀ ਗੱਲ ਹੋ ਰਹੀ ਹੈ, ਇਹ ਕੌਣ ਨੇ? ਇਹਨਾਂ ਦੀ ਕਿਉਂ ਨਹੀਂ ਗੱਲ ਸੁਣੀ ਜਾ ਰਹੀ? ਕਿਉਂਕਿ ਜ਼ੀ ਨਿਊਜ਼, ਗੋਦੀ ਮੀਡੀਆ ਨੂੰ ਕੋਈ ਨਹੀਂ ਸੁਣਨਾ ਚਾਹੁੰਦਾ। ਅਸੀਂ ਸੱਚਾਈ ਸੁਣਨਾ ਚਾਹੁੰਦੇ ਹਾਂ, ਅਸੀਂ ਅਸਲੀ ਖਬਰਾਂ ਸੁਣਨਾ ਚਾਹੁੰਦੇ ਹਾਂ, ਨਾ ਕਿ ਜੋ ਹੈ ਨਕਲੀਆਂ ਖਬਰਾਂ। ਜੇ YouTube 'ਤੇ, Facebook 'ਤੇ ਅਤੇ ਹੋਰ ਮਾਧਿਅਮਾਂ 'ਤੇ ਤੁਸੀਂ ਨਕਲੀਆਂ ਖਬਰਾਂ ਪਾਈ ਜਾਓਗੇ, ਨਕਲੀ ਵੀਡੀਓਜ਼ ਪਾਈ ਜਾਓਗੇ, ਅਤੇ ਥੋੜ੍ਹੀ ਦੇਰ ਬਾਅਦ ਲੋਕਾਂ ਨੇ ਕੰਪਲੇਂਟ ਕਰਨੀ ਸ਼ੁਰੂ ਕਰ ਦੇਣੀ ਹੈ ਅਤੇ ਉਹ ਵੀਡੀਓਜ਼ ਜੋ ਨੇ ਉਹ ਨਾਲ ਦੇ ਨਾਲ ਫਿਰ YouTube ਵਾਲੇ, Facebook ਵਾਲੇ ਡਿਲੀਟ ਕਰਦੇ ਰਹਿੰਦੇ ਨੇ। ਇਸ ਕਰਕੇ ਭਾਈ ਸਾਹਿਬ ਜੀ, ਤੁਹਾਡੀ ਜੋ ਵੀਡੀਓਜ਼ ਨੇ ਉਹ ਡਿਲੀਟ ਕੀਤੀਆਂ ਜਾਂਦੀਆਂ ਨੇ, ਕਿਉਂਕਿ ਇਹਨਾਂ ਵਿੱਚ ਜੋ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਉਹ 100% ਝੂਠ ਹੈ, ਉਹ 100% ਨਕਲੀ ਹੈ। ਹੁਣ ਵੇਖੀਏ ਤੁਹਾਡੀ ਕੁਆਲੀਫਿਕੇਸ਼ਨ ਬਾਰੇ, ਜੋ ਹੁਣੇ ਤੁਸੀਂ ਕਹਿ ਰਹੇ ਸੀ ਕਿ ਅਮਰੀਕਨ ਕਾਉਂਸਲ ਔਨ ਐਕਸਰਸਾਈਜ਼ ਤੋਂ ਤੁਸੀਂ ਜੋ ਕੁਆਲੀਫਿਕੇਸ਼ਨ ਲਈ ਹੈ, ਉਹ ਅਸੀਂ ਹੁਣ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੇ ਅਸੀਂ ਉਹਨਾਂ ਦੀ ਵੈਬਸਾਈਟ 'ਤੇ ਗਏ, ਉਹਨਾਂ ਨਾਲ ਚੈਟ ਕੀਤੀ, ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਲਿੰਕ 'ਤੇ ਜਾਓ। ਇਸ ਲਿੰਕ 'ਤੇ ਜਾ ਕੇ ਅਮਰੀਕਨ ਕਾਉਂਸਲ ਔਨ ਐਜੂਕੇਸ਼ਨ ਦੇ ਜੋ ਵਿਦਿਆਰਥੀ ਰਹੇ ਨੇ ਉਹਨਾਂ ਬਾਰੇ ਇਨਫੋਰਮੇਸ਼ਨ ਮਿਲਦੀ ਹੈ, ਜਿਨ੍ਹਾਂ ਨੇ ਕੋਰਸ ਕਲੀਅਰ ਕੀਤਾ ਹੈ, ਜੋ ਸਪੈਸ਼ਲਿਸਟ ਨੇ, ਜਿਨ੍ਹਾਂ ਨੂੰ ਸਰਟੀਫਿਕੇਸ਼ਨ ਮਿਲੀ ਹੈ। ਇਹ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਲੋਗੋ ਉਹਨਾਂ ਦਾ, ਤੁਸੀਂ ਸਕਰੀਨ 'ਤੇ ਵੇਖ ਸਕਦੇ ਹੋ। ਅਸੀਂ ਕਮਲਪ੍ਰੀਤ ਸਿੰਘ ਖਾਲਸਾ, ਸਿੰਘ ਸਿਰਫ ਲਾਸਟ ਨੇਮ ਵਿੱਚ, ਇਹ ਸਾਰੇ ਕੰਬੀਨੇਸ਼ਨਸ ਟਰਾਈ ਕੀਤੇ ਨੇ। ਸਾਨੂੰ ਕਮਲਪ੍ਰੀਤ ਸਿੰਘ ਖਾਲਸਾ ਨਾਮ ਦਾ ਕੋਈ ਵਿਦਿਆਰਥੀ ਨਹੀਂ ਮਿਲਿਆ ਜਿਸ ਨੇ ਉੱਥੋਂ ਸਰਟੀਫਿਕੇਸ਼ਨ ਜਾਂ ਸਪੈਸ਼ਲਾਈਜੇਸ਼ਨ ਪ੍ਰਾਪਤ ਕੀਤੀ ਹੋਵੇ ਅਮਰੀਕਨ ਕਾਉਂਸਲ ਔਨ ਐਕਸਰਸਾਈਜ਼ ਤੋਂ। ਇਹ ਹੁਣ ਭਾਈ ਸਾਹਿਬ ਆਪ ਸਪਸ਼ਟੀਕਰਨ ਦੇ ਸਕਦੇ ਨੇ ਕਿ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਨਰਿੰਦਰ ਮੋਦੀ ਦੇ ਡਿਗਰੀ ਵਾਂਗੂ ਜਾਲੀ ਹੈ ਕਿ ਅਸਲੀ ਹੈ। ਇਹ ਅਸੀਂ ਸਿੰਘ ਪਾਇਆ ਸਕਰੀਨ 'ਤੇ। ਸਿੰਘ ਦੇ ਨਾਂ 'ਤੇ ਤੁਹਾਨੂੰ 8 ਪੇਜ ਦੇ ਰਿਜ਼ਲਟਸ ਮਿਲਣਗੇ, ਪਰ ਉਹਨਾਂ ਦਾ ਨਾਂ ਨਹੀਂ ਮਿਲਿਆ। 0 results found. I'm also a certified diabetes educator from Research Institute of Complementary Health Sciences, Vietnam. I'm also a certified nutrition therapist and a Code Blue trainer from Lincoln University College, Malaysia. ਹੁਣ ਅਸੀਂ ਵੇਖਾਂਗੇ ਭਾਈ ਸਾਹਿਬ ਜੀ ਦੀਆਂ ਜੋ ਡਿਗਰੀਜ਼ ਸਰਟੀਫਿਕੇਸ਼ਨਸ ਨੇ ਉਹਨਾਂ ਬਾਰੇ। ਸਭ ਤੋਂ ਪਹਿਲੇ ਉਹਨਾਂ ਨੇ ਦੱਸਿਆ ਕਿ ਉਹ ਡਾਇਬਟੀਜ਼ ਐਜੂਕੇਟਰ ਸਰਟੀਫਿਕੇਸ਼ਨ ਪ੍ਰਾਪਤ ਕਰ ਚੁੱਕੇ ਨੇ ਇੰਡੋ ਵੀਅਟਨਾਮ ਮੈਡੀਕਲ ਬੋਰਡ ਤੋਂ। ਸੋ ਇਹ ਲਿਖਿਆ ਹੋਇਆ 3 ਮਹੀਨਿਆਂ ਦਾ ਕੋਰਸ ਹੈ, ਪਰ ਜੇ ਥੱਲੇ ਜਾਈਏ ਅਸੀਂ ਵੇਖੀਏ ਇਹ ਕਿਹੋ ਜਿਹਾ ਕੋਰਸ ਹੈ। ਇਹ 15,000 ਰੁਪਈਆ ਦੇ ਕੇ ਕੋਰਸ ਕੀਤਾ ਜਾ ਸਕਦਾ ਹੈ। ਜੋ ਇੰਟਰਨੈਸ਼ਨਲ ਕੈਂਡੀਡੇਟਸ ਨੇ ਉਹ 15,000 ਰੁਪਈਆ ਪਲੱਸ ਕੋਰੀਅਰ ਚਾਰਜਸ ਉਹਨਾਂ ਨੂੰ ਦੇਣ ਦੀ ਲੋੜ ਹੈ। ਅਤੇ ਇਹ ਈਮੇਲ ਦੇ ਥਰੂ ਤੁਹਾਨੂੰ ਸਾਰਾ ਕੋਰਸ ਮਟੀਰੀਅਲ ਆ ਜਾਏਗਾ। 18 ਘੰਟਿਆਂ ਦੀ ਪੜ੍ਹਾਈ ਕਰਨ ਦੀ ਲੋੜ ਹੈ, ਯਾਨੀ ਤਕਰੀਬਨ 3 ਦਿਨ ਦੀ ਪੜ੍ਹਾਈ ਵਿੱਚ ਤੁਸੀਂ 3 ਮਹੀਨਿਆਂ ਦਾ ਕੋਰਸ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਇੱਕ ਔਨਲਾਈਨ ਐਗਜ਼ਾਮ ਦੋਗੇ, ਤੁਹਾਨੂੰ ਇੱਕ ਸਰਟੀਫਿਕੇਟ ਦਿੱਤਾ ਜਾਏਗਾ ਜੋ ਇੰਡੋ ਵੀਅਟਨਾਮ ਮੈਡੀਕਲ ਬੋਰਡ ਦੁਆਰਾ ਦਿੱਤਾ ਜਾਏਗਾ। ਇਸ ਤਰ੍ਹਾਂ ਹੀ ਇੱਕ ਹੋਰ ਕੋਰਸ ਉਹਨਾਂ ਨੇ ਕੀਤਾ ਹੈ ਐਡਵਾਂਸ ਨਿਊਟ੍ਰੀਸ਼ਨ ਟ੍ਰੇਨਿੰਗ ਦਾ। ਇਹ ਵੀ 3 ਮਹੀਨਿਆਂ ਦਾ ਹੈ ਕੋਰਸ। 3 ਮਹੀਨਿਆਂ ਵਿੱਚ ਤੁਸੀਂ ਇਹ ਜੋ ਪੜ੍ਹਾਈ ਦਿੱਤੀ ਹੈ ਉਹ ਕਰੋਗੇ। ਉਸ ਤੋਂ ਬਾਅਦ ਤੁਹਾਡਾ ਔਨਲਾਈਨ ਜੋ ਹੈ ਵਾਈਵਾ ਔਰ ਓਰਲ ਐਗਜ਼ਾਮ ਹੋਏਗਾ, ਅਤੇ ਉਸ ਤੋਂ ਬਾਅਦ ਤੁਹਾਨੂੰ ਜੋ ਹੈ ਸਰਟੀਫਿਕੇਟ ਦਿੱਤਾ ਜਾਏਗਾ ਔਨਲਾਈਨ ਐਗਜ਼ਾਮ ਦੇਣ ਤੋਂ ਬਾਅਦ। ਯਾਨੀ ਤੁਹਾਨੂੰ ਕੋਈ ਪ੍ਰੈਕਟੀਕਲ ਐਕਸਪੀਰੀਅੰਸ ਦੀ ਲੋੜ ਨਹੀਂ, ਕੋਈ ਪੇਸ਼ੈਂਟ ਦੇਖਣ ਦੀ ਲੋੜ ਨਹੀਂ, ਕੁਛ ਨਹੀਂ, ਤੁਹਾਨੂੰ ਲਿੰਕਨ ਯੂਨੀਵਰਸਿਟੀ ਕਾਲਜ ਮਲੇਸ਼ੀਆ ਤੋਂ ਮਿਲਿਆ। ਤੀਜੀ ਚੀਜ਼ ਉਹਨਾਂ ਨੇ ਕਹੀ ਸੀ, ਇਹ ਵੀ biswaroop.com ਦੇ ਵੈਬਸਾਈਟ ਤੋਂ ਹੈ, ਕੋਡ ਬਲੂ ਟ੍ਰੇਨਿੰਗ ਹੁੰਦਾ ਕਾਰਡੀਅਕ ਅਰੈਸਟ ਵਾਸਤੇ, ਯਾਨੀ ਹਾਰਟ ਅਟੈਕ ਜਾਂ ਉਸ ਤਰ੍ਹਾਂ ਕੁਛ ਹੋਵੇ ਕਿਸੇ ਨੂੰ ਉਹਦੇ ਵਾਸਤੇ। ਅਤੇ ਇੱਦਾਂ ਤੁਸੀਂ ਵੇਖ ਸਕਦੇ ਹੋ ਇੱਥੇ ਇਹ ਡਿਊਰੇਸ਼ਨ 1 ਮਹੀਨੇ ਦਾ ਕੋਰਸ ਹੈ। 1 ਮਹੀਨੇ ਦੇ ਕੋਰਸ ਤੋਂ ਬਾਅਦ ਤੁਸੀਂ ਜੋ ਹੈ ਐਗਜ਼ਾਮ ਦੇਣਾ ਹੈ, ਔਨਲਾਈਨ ਐਗਜ਼ਾਮ। 21,000 ਇਸ ਦੀ ਫੀਸ ਹੈ। ਔਨਲਾਈਨ ਐਗਜ਼ਾਮ ਦੇਣ ਤੋਂ ਬਾਅਦ ਤੁਹਾਨੂੰ ਜੋ ਹੈ ਸਰਟੀਫਿਕੇਟ ਭੇਜ ਦਿੱਤਾ ਜਾਏਗਾ।
ਅਸੀਂ ਭਾਈ ਕਮਲਪ੍ਰੀਤ ਸਿੰਘ ਜੀ ਦੀ ਵੈਬਸਾਈਟ ਤੇ ਗਏ gosatvik.ca। gosatvik.ca ਇੱਕ ਨਾਨ ਪ੍ਰੋਫਿਟ ਐਜੂਕੇਸ਼ਨ ਪਲੇਟਫਾਰਮ ਇਸ ਤਰ੍ਹਾਂ ਕਰਕੇ ਉਹਨਾਂ ਨੇ ਲਿਖਿਆ ਹੋਇਆ ਹੈ। ਨਾਨ ਪ੍ਰੋਫਿਟ ਦਾ ਮਤਲਬ ਉਹ ਸੇਵਾ ਦੇ ਤੌਰ ਤੇ ਇਸ ਨੂੰ ਚਲਾਉਂਦੇ ਨੇ। ਇਹਨਾਂ ਦੀ ਸੇਵਾ ਦਾ ਚਾਰਜ ਇਸ ਪ੍ਰਕਾਰ ਹੈ ਜੀ, $25 15 ਮਿੰਟਾਂ ਦਾ ਲੈਂਦੇ ਨੇ। ਇਸ ਦਾ ਮਤਲਬ ਕਿ ਘੰਟੇ ਦਾ ਤਕਰੀਬਨ $100। ਜੇ ਅਸੀਂ ਹਫ਼ਤੇ ਦਾ ਹਿਸਾਬ ਲਾਈਏ $4000, ਸਾਲ ਦਾ ਹਿਸਾਬ ਲਾਈਏ ਤੇ ਤਕਰੀਬਨ $2 ਲੱਖ ਇੱਕ ਸਾਲ ਦਾ। ਜੇ ਰੁਪਈਆਂ ਵਿੱਚ ਹਿਸਾਬ ਲਾਈਏ ਤੇ 1 ਕਰੋੜ ਰੁਪਈਏ ਤੋਂ ਵੱਧ ਬਣਦਾ ਹੈ ਸਾਲ ਦਾ। ਤੇ ਇਹ ਇਹਨਾਂ ਦੀ ਸੇਵਾ ਹੈ ਜੀ। ਰੱਬ ਐਸੀ ਪਿਆਰੀ ਸੇਵਾ ਸਾਰਿਆਂ ਨੂੰ ਬਖਸ਼ੇ। ਅੱਗੇ ਹੁਣ ਅਸੀਂ biswaroop.com ਤੇ ਗਏ ਹਾਂ। biswaroop.com ਉਹ ਵੈਬਸਾਈਟ ਹੈ ਜਿਸ ਤੋਂ ਭਾਈ ਸਾਹਿਬ ਜੀ ਨੇ 3 ਕੋਰਸਿਸ ਕੀਤੇ ਨੇ, ਜਿਨ੍ਹਾਂ ਵਿੱਚ ਡਾਇਬਟੀਜ਼ ਐਜੂਕੇਟਰ, ਨਿਊਟ੍ਰੀਸ਼ਨ ਸਪੈਸ਼ਲਿਸਟ ਅਤੇ ਕੋਡ ਬਲੂ ਟ੍ਰੇਨਰ ਵਾਲੇ ਕੋਰਸਿਸ ਸ਼ਾਮਿਲ ਨੇ। ਇਹ ਇੱਕ ਇੰਡੋ ਵੀਅਟਨਾਮ ਮੈਡੀਕਲ ਬੋਰਡ ਦੀ ਗੱਲ ਵੀ ਹੋ ਰਹੀ ਹੈ। ਵਿਸਵਰੂਪ ਰॉय ਚੌਧਰੀ ਜੋ ਇੱਕ ਬੰਦਾ ਹੈ, ਉਸ ਦੇ ਬਾਰੇ ਲਿਖਿਆ ਹੋਇਆ ਹੈ ਕਿ ਉਹ ਇਸ ਤਰ੍ਹਾਂ ਪ੍ਰੀਟੈਂਡ ਕਰਦਾ ਹੈ ਕਿ ਉਹ ਡਾਕਟਰ ਹੈ, ਪਰ ਉਸ ਕੋਲ ਕੋਈ ਮੈਡੀਕਲ ਕੁਆਲੀਫਿਕੇਸ਼ਨ ਨਹੀਂ ਹੈ। ਉਸ ਦੇ ਕੋਲ ਇੱਕ PhD ਹੈ, ਉਹ ਆਨਰਰੀ PhD ਹੈ। ਆਨਰਰੀ PhD ਯਾਨੀ ਉਹਨਾਂ ਨੇ 5 ਸਾਲ ਦਾ ਕੋਰਸ ਨਹੀਂ ਕੀਤਾ, ਉਹਨਾਂ ਨੇ ਸਿਰਫ ਤੇ ਸਿਰਫ ਜੋ ਹੈ ਆਨਰਰੀ PhD ਲਈ ਹੈ। ਆਨਰਰੀ PhD ਕਿਸ ਤਰ੍ਹਾਂ ਮਿਲਦੀ ਹੈ ਉਸ ਦੇ ਬਾਰੇ ਅਸੀਂ ਵੇਖੀਏ। ਇਹਨਾਂ ਨੇ ਲਿਖਿਆ ਹੈ PhD in Diabetes from AIU Zambia। ਅਸੀਂ ਇਸ ਵੈਬਸਾਈਟ 'ਤੇ ਗਏ, ਉਹਨਾਂ ਨਾਲ ਜੋ ਸੰਪਰਕ ਪਾਇਆ ਸੀ ਕਿਸੇ ਨੇ, AIU Zambia ਵਾਲੇ ਨੇ ਕਿਹਾ ਕਿ ਤੁਸੀਂ ਸਾਨੂੰ 1000 ਪਾਉਂਡ ਦਿਓ। 1000 ਪਾਉਂਡ ਤਕਰੀਬਨ ਲੱਖ ਰੁਪਇਆ ਹੁੰਦਾ ਹੈ। 1000 ਪਾਉਂਡ ਦਿਓ ਅਤੇ ਅਸੀਂ ਤੁਹਾਨੂੰ ਆਨਰਰੀ PhD ਜੋ ਹੈ ਦੇ ਦਾਂਗੇ। ਯਾਨੀ 5 ਸਾਲ ਮੁਸ਼ੱਕਤ ਕਰਨ ਦੀ ਲੋੜ ਨਹੀਂ, ਬਿਲਕੁਲ ਤੇ ਬਿਲਕੁਲ ਸਿਰਫ ਪੈਸਿਆਂ ਦਾ ਖੇਡ ਹੈ। ਤੁਸੀਂ ਪੈਸੇ ਦਿਓ ਅਤੇ ਆਪਣੀ ਜੋ ਡਾਕਟਰੇਟ ਹੈ ਉਹ ਲੈ ਸਕਦੇ ਹੋ। ਇੱਥੇ ਤੁਸੀਂ ਦੇਖ ਸਕਦੇ ਹੋ AIU ਦਾ ਨਾਂ ਜੋ ਹੈ ਅਲਾਇੰਸ ਇੰਟਰਨੈਸ਼ਨਲ ਯੂਨੀਵਰਸਿਟੀ ਜ਼ਾਂਬੀਆ ਦਾ ਨਾਂ ਇੱਥੇ ਅਨਅਕ੍ਰੈਡਿਟਡ ਇੰਸਟੀਟਿਊਸ਼ਨਸ ਵਿੱਚ ਹੈ। ਅਨਅਕ੍ਰੈਡਿਟਡ ਇੰਸਟੀਟਿਊਸ਼ਨਸ ਯਾਨੀ ਜਿੱਥੇ ਕੁਆਲਿਟੀ ਆਫ ਐਜੂਕੇਸ਼ਨ ਅੱਛੀ ਨਹੀਂ ਹੁੰਦੀ ਜਾਂ ਫਰੋਡ ਹੁੰਦੇ ਨੇ ਜਾਂ ਇਹੋ ਜਿਹਾ ਕੁਛ ਹੁੰਦਾ। ਲਿਸਟ ਆਫ ਅਨਅਕ੍ਰੈਡਿਟਡ ਇੰਸਟੀਟਿਊਸ਼ਨਸ ਆਫ ਹਾਇਰ ਐਜੂਕੇਸ਼ਨ ਤੁਸੀਂ ਵੇਖ ਸਕਦੇ ਹੋ। ਸਬ ਸਟੈਂਡਰਡ ਯੂਨੀਵਰਸਿਟੀ ਡੀ ਰਜਿਸਟਰਡ, ਇਹ ਜ਼ਾਂਬੀਆ ਦੀ ਖਬਰ ਹੈ ਕਿ ਉੱਥੇ ਉਹਨਾਂ ਨੇ ਅਲਾਇੰਸ ਇੰਟਰਨੈਸ਼ਨਲ ਯੂਨੀਵਰਸਿਟੀ ਜੋ ਹੈ ਉਹ ਡੀ ਰਜਿਸਟਰ ਕਰਤੀ। ਅਫਰੀਕਾ ਵਰਗੇ ਕੌਂਟੀਨੈਂਟ ਵਿੱਚ ਵੀ ਜੋ ਹੈ ਇਹੋ ਜਿਹੀਆਂ ਯੂਨੀਵਰਸਿਟੀਜ਼ ਨਹੀਂ ਚੱਲ ਸਕਦੀਆਂ। ਅੱਗੇ ਤੁਸੀਂ ਵੇਖ ਸਕਦੇ ਹੋ ਇੱਕ ਫਰਾਡ ਅਲਰਟ ਹੈ ਵਿਸਵਰੂਪ ਰॉय ਚੌਧਰੀ ਦੇ ਨਾਂ 'ਤੇ। ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਸਟੈਥੋਸਕੋਪ ਪਾ ਕੇ ਬੈਠਾ ਹੈ ਬੰਦਾ। ਇਹ ਵਿਸਵਰੂਪ ਰॉय ਚੌਧਰੀ ਹੈ। ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਕੋਈ ਡਾਕਟਰ ਨਹੀਂ ਹੈ, ਕੋਈ PhD ਵੀ ਇਸ ਨੇ ਖਰੀਦੀ ਹੋਈ ਹੈ ਅਤੇ ਡਾਕਟਰ ਬਣਨ ਦੀ ਕੋਸ਼ਿਸ਼ ਕਰਦਾ, ਆਪਣੇ ਆਪ ਨੂੰ ਡਾਕਟਰ ਦਿਖਾਉਣ ਦੀ ਕੋਸ਼ਿਸ਼ ਕਰਦਾ। ਇੱਥੇ ਅਸੀਂ ਵੇਖ ਸਕਦੇ ਹਾਂ ਕਿ ਜਿਹੜੇ ਇਹਦੇ ਡਿਗਰੀਜ਼ ਨੇ ਇਹ ਸਾਰੇ ਖਰੀਦੇ ਹੋਏ ਨੇ, ਇਹ ਪੈਸੇ ਦੇ ਕੇ ਲਏ ਹੋਏ ਨੇ, ਕੋਈ ਪੜ੍ਹਾਈ ਪੜ੍ਹੂਈ ਨਹੀਂ ਕੀਤੀ। ਪੈਸੇ ਦੇ ਕੇ ਤੇ ਕੋਈ ਵੀ ਕੁਛ ਵੀ ਖਰੀਦ ਸਕਦਾ ਹੈ। ਵਿਸਵਰੂਪ ਰॉय ਚੌਧਰੀ ਇਹ ਵੀ ਕਹਿੰਦਾ ਕਿ ਮੇਰੇ ਨਾਂ 'ਤੇ 2 ਵਰਲਡ ਰਿਕਾਰਡਸ ਨੇ। ਲੋਕਾਂ ਨੇ ਇਸ 'ਤੇ ਤਹਿਕੀਕਾਤ ਕੀਤੀ ਅਤੇ ਪਤਾ ਚੱਲਿਆ ਕਿ ਇਸ ਦਾ ਨਾਂ ਕਿਤੇ ਵੀ ਗਿਨੀਜ਼ ਵਰਲਡ ਰਿਕਾਰਡਸ ਵਿੱਚ ਹੈ ਨਹੀਂ, ਨਾ ਹੋਣ ਵਾਲੇ ਕਿਸੇ ਰਿਕਾਰਡ 'ਤੇ, ਨਾ ਕਿਸੇ ਪੁਰਾਣੇ ਰਿਕਾਰਡ 'ਤੇ। ਅੱਗੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ 11 ਪ੍ਰੂਫ ਦਿੱਤੇ ਗਏ ਸੀ ਕਿ ਜੋ ਕੋਵਿਡ ਵੈਕਸੀਨ ਹੈ ਉਹ ਨਾਨ ਵੈਜੀਟੇਰੀਅਨ ਹੈ ਜਾਂ ਉਸ ਵਿੱਚ ਫੀਟਲ ਬੋਵਾਈਨ ਸੀਰਮ ਹੈ, ਉਹ ਸੇਮ ਟੂ ਸੇਮ ਕਾਪੀ ਕੀਤਾ ਹੋਇਆ biswaroop.com ਵੈਬਸਾਈਟ ਤੋਂ, ਜੋ ਖੱਬੇ ਪਾਸੇ ਹੈ। ਖੱਬੇ ਪਾਸੇ ਬਿਸਵਰੂਪ ਦੀ ਵੈਬਸਾਈਟ ਹੈ, ਸੱਜੇ ਪਾਸੇ ਜੋ ਹੈ gosatvik.ca ਜੋ ਕਮਲਪ੍ਰੀਤ ਸਿੰਘ ਦੀ ਵੈਬਸਾਈਟ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੋ ਭਾਸ਼ਾ ਬਿਸਵਰੂਪ ਬੋਲ ਰਿਹਾ ਹੈ ਉਹੀ ਭਾਸ਼ਾ ਭਾਈ ਕਮਲਪ੍ਰੀਤ ਸਿੰਘ ਬੋਲ ਰਹੇ ਨੇ। ਇਸ ਕਰਕੇ ਆਪ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹੋ ਜਿਹੇ ਬੰਦਿਆਂ ਕੋਲੋਂ ਬਚ ਕੇ ਰਹੋ ਜਿਨ੍ਹਾਂ ਨੂੰ ਆਪ ਜੀ ਦੇ ਹੈਲਥ ਦਾ, ਆਪ ਜੀ ਦੀ ਜਾਨ ਦੀ ਕੋਈ ਪਰਵਾਹ ਨਹੀਂ। ਉਹਨਾਂ ਨੂੰ ਸਿਰਫ ਜੋ ਹੈ ਮਤਲਬ ਇੱਕੋ ਇੱਕ ਹੈ ਕਿ ਉਹਨਾਂ ਦਾ ਧੰਦਾ ਜੋ ਹੈ ਚੱਲਦਾ ਰਹੇ ਔਰ ਉਹਨਾਂ ਦੇ ਪੈਸੇ ਬਣਦੇ ਰਹਿਣ। ਫਿਰ ਗੱਲ ਆਉਂਦੀ ਹੈ, ਡਾਕਟਰ ਐਰਿਕਾ ਨੇ ਇੱਕ ਬੁੱਕ ਲਿਖੀ ਹੈ ਹਾਊ ਟੂ ਸਟਾਪ ਯੋਰ ਡਾਕਟਰ ਫਰਮ ਕਿਲਿੰਗ ਯੂ। ਡਾਕਟਰ ਤੋਂ ਕਿਵੇਂ ਬਚਿਆ ਜਾਏ, ਇਸ ਤਰ੍ਹਾਂ ਦੀ ਬੁੱਕਸ ਲਿਖੀਆਂ ਜਾ ਚੁੱਕੀਆਂ ਨੇ। ਡਾਕਟਰ ਵਿਸ਼ਵਰੂਪ ਰॉय ਚੌਧਰੀ ਨੇ ਬੁੱਕ ਲਿਖੀ ਹੈ ਵਾਈ ਮੋਰਟੈਲਿਟੀ ਰੇਟ ਡ੍ਰੌਪਸ ਵੈਨ ਡਾਕਟਰ ਗੋਜ਼ ਔਨ ਸਟ੍ਰਾਈਕ। ਜਦ ਡਾਕਟਰਾਂ ਦੀ ਹਾਰਟ ਸਰਜਰੀਆਂ, ਹਾਰਟ ਸਪੈਸ਼ਲਿਸਟ ਲੋਕਾਂ ਦੀ ਤਾਂ 3 ਦਿਨ ਦੀ ਸਟ੍ਰਾਈਕ ਹੁੰਦੀ ਹੈ। ਜਦ ਵੀ ਉਹ ਸਟ੍ਰਾਈਕ ਹੁੰਦੀ ਹੈ ਇਹ ਦੇਖਿਆ ਗਿਆ ਕਿ ਲੋਕ ਜ਼ਿਆਦਾ ਜਿੰਦਾ ਰਹਿੰਦੇ ਹੈ। ਮਤਲਬ ਉਸ ਟਾਈਮ ਵਿੱਚ ਜਦੋਂ ਉਹ ਹਾਰਟ ਸਪੈਸ਼ਲਿਸਟ ਸਟ੍ਰਾਈਕ 'ਤੇ ਹੁੰਦੇ ਆ, ਸਰਜਰੀਜ਼ ਨਹੀਂ ਹੋ ਰਹੀਆਂ ਹੁੰਦੀਆਂ ਨੇ, ਮੋਰ ਪੀਪਲ ਆਰ ਅਲਾਈਵ, ਲੈਸ ਡੈਥਸ ਆਰ ਹੈਪਨਿੰਗ, ਮੋਰਟੈਲਿਟੀ ਰੇਟ ਇਜ਼ ਲੈਸ। ਠੀਕ ਹੈ। ਇਸੇ ਤਰ੍ਹਾਂ ਇੱਕ ਸਵਾਲ ਕਿਸੇ ਨੇ ਪੁੱਛਿਆ ਨਹੀਂ, 56 ਮਿਲੀਅਨ ਦਾ ਪੋਪੂਲੇਸ਼ਨ ਹੈਗਾ ਤੰਜ਼ਾਨੀਆ ਵਰਗੇ ਦੇਸ਼ ਵਿੱਚ, ਉੱਥੇ 56 ਮਿਲੀਅਨ ਵਿੱਚੋਂ ਸਿਰਫ 21 ਲੋਕਾਂ ਦੀ ਮੌਤ ਹੋਈ। ਉੱਥੇ ਨਾ ਕਿਸੇ ਨੇ ਮਾਸਕ ਪਾਇਆ, ਨਾ ਉੱਥੇ ਲੋਕਡਾਊਨ ਹੋਇਆ। ਉੱਥੇ ਫੁੱਟਬਾਲ ਦੇ ਮੈਚ ਚੱਲ ਰਹੇ ਆ ਵਿਦ 66,000 ਪੀਪਲ ਇਨ ਸਟੇਡੀਅਮ ਐਂਡ ਦੇ ਆਰ ਨਾਟ ਹੈਵਿੰਗ ਡਿਸਟੈਂਸਿੰਗ ਬਿਟਵੀਨ ਦੈਮ। ਇੱਦਾਂ ਕਿਉਂ? ਇਸ ਤਰ੍ਹਾਂ ਇਸ ਕਰਕੇ ਕਿਉਂਕਿ ਤੰਜ਼ਾਨੀਆ ਨੇ ਕਦੀ ਕਿਹਾ ਹੀ ਨਹੀਂ ਕਿ ਸਾਡੇ ਉੱਥੇ ਕੋਵਿਡ ਆਇਆ ਹੈ। ਉਹਨਾਂ ਨੇ ਜੋ ਲੋਕਾਂ ਨੂੰ ਗੁੰਮਰਾਹ ਕਰਕੇ ਰੱਖਿਆ। ਹੁਣ ਇਹ ਜਿਹੜੀ ਕੱਲ੍ਹ ਦੀ ਖਬਰ ਹੈ 22 ਫਰਵਰੀ ਨੂੰ ਇੱਕ ਖਬਰ ਆਈ ਹੈ ਕਿ ਤੰਜ਼ਾਨੀਆ ਨੇ ਐਡਮਿਟ ਕਰਤਾ ਕਿ ਇੱਥੇ ਜੋ ਹੈ ਕੋਵਿਡ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ, ਕਈ ਮਿਨਿਸਟਰ ਵੀ ਮਰ ਗਏ ਨੇ
ਤੇ ਇਹ ਜੋ ਤੁਸੀਂ ਖਬਰ ਹੈ ਉਹ ਆਪੇ ਪੜ੍ਹ ਸਕਦੇ ਹੋ ਅਲ ਜਜ਼ੀਰਾ ਤੇ ਕਿ ਇੰਨੇ ਸਾਰੇ ਲੋਕੀ ਜਿਹੜੇ ਨੇ ਮਰ ਰਹੇ ਨੇ ਕੋਵਿਡ ਕਰਕੇ, ਪਰ ਉਹਨਾਂ ਨੇ ਜੋ ਹੈ WHO ਨੂੰ ਰਿਪੋਰਟ ਨਹੀਂ ਕੀਤਾ ਸੀ ਅਪ੍ਰੈਲ ਤੋਂ ਬਾਅਦ ਕਿ ਸਾਡੇ ਇੱਥੇ ਜੋ ਹੈ ਕੋਵਿਡ ਦੇ ਕੇਸ ਵਧੀ ਜਾ ਰਹੇ ਨੇ। ਵੀਅਤਨਾਮ ਇੱਕ ਬਹੁਤ ਸੋਹਣਾ ਦੇਸ਼ ਹੈ ਜਿੱਥੇ ਸਾਨੂੰ ਤਕਰੀਬਨ 1.5 ਸਾਲ ਪਹਿਲੇ ਜਾਣ ਦਾ ਮੌਕਾ ਮਿਲਿਆ। ਵੀਅਤਨਾਮ ਵਿੱਚ ਜਿਵੇਂ ਨਿਊਜ਼ੀਲੈਂਡ ਵਿੱਚ ਕੋਵਿਡ ਨਹੀਂ ਫੈਲਿਆ, ਉਸ ਦਾ ਇੱਕੋ ਇੱਕ ਕਾਰਨ ਹੈ ਕਿ ਉੱਥੇ ਬਹੁਤ ਲੋਕਡਾਊਨ ਹੋਇਆ ਔਰ ਲੋਕਡਾਊਨ ਤੋਂ ਬਾਅਦ ਕਾਫੀ ਸਟ੍ਰਿਕਟ ਕੁਆਰੰਟਾਈਨ ਔਰ ਟਰੈਕਿੰਗ ਮੈਸ਼ਰਸ ਹੋਏ, ਬਾਰਡਰ ਬੰਦ ਕੀਤੇ ਗਏ, ਬਾਹਰਲੇ ਜੋ ਲੋਕੀ ਸਨ ਉਹ ਆ ਨਹੀਂ ਸਕਦੇ ਸਨ ਔਰ ਅੰਦਰਲੇ ਲੋਕੀ ਜੋ ਹਨ ਜ਼ਿਆਦਾ ਬਾਹਰ ਨਹੀਂ ਜਾ ਸਕਦੇ ਸਨ। ਇਹ ਕਾਰਨ ਹੈ ਕਿ ਉੱਥੇ ਕੋਵਿਡ ਜੋ ਹੈ ਜ਼ਿਆਦਾ ਨਹੀਂ ਫੈਲਿਆ। इसी तरह वियतनाम एक कंट्री है, 98 मिलियन पॉपुलेशन है, ओनली 35 डेथ्स, सिर्फ 35 डेथ्स हुई, किसी ਨੂੰ ਮਰਿਆ ਨਹੀਂ ਕੋਈ। ਕਿਉਂ ਨਹੀਂ ਹੋਇਆ? ਕੀ ਕਾਰਨ ਹੈ ਇਹਦਾ? 98 ਮਿਲੀਅਨ ਵਿੱਚ। ਇਸੀ ਤਰ੍ਹਾਂ ਜਿਹੜੀ ਐਕਸਪੈਰੀਮੈਂਟਲ ਡਰੱਗਸ ਨੇ, ਜਿਹੜੀ ਕੋਵਿਡ ਦੇ ਨਾਮ ਤੇ WHO ਨੇ ਲੋਕਾਂ ਨੂੰ ਦਿੱਤੀਆਂ, ਐਂਟੀ HIV, ਐਂਟੀਪਾਇਰੇਟਿਕ, ਐਂਟੀਬਾਇਓਟਿਕ, ਐਂਟੀ ਮਲੇਰੀਅਲ, ਐਂਟੀ ਸਾਰੀ ਦੁਨੀਆ ਦੀ ਐਂਟੀ ਦਵਾਈਆਂ ਦੇ ਕੇ ਲੋਕਾਂ ਦੇ ਐਂਟੀ ਹੈਲਥ ਨੇ ਮੈਡੀਸਿਨਸ। ਰੈਮਡੈਸੀਵਿਰ ਮੈਡੀਸਿਨ ਲੋਕਾਂ ਨੂੰ ਦਿੱਤੀ ਗਈ ਸੀਗੀ, ਇੰਨੀ ਮਹਿੰਗੀ ਥੈਰੇਪੀ ਹੈਗੀ, ਇੰਟਰਵੇਨਸ ਥੈਰੇਪੀ ਹੈਗੀ, ਤੇ ਇਹਦੇ ਨਾਲ 12% ਮੋਰਟੈਲਿਟੀ ਰਿਪੋਰਟ ਹੈ, ਯਾਨੀ ਕਿ 100 ਬੰਦਿਆਂ ਨੂੰ ਦਿੱਤੀ ਜਾਏਗੀ, 12 ਬੰਦੇ ਜ਼ਰੂਰ ਰੱਬ ਨੂੰ ਪਿਆਰੇ ਹੋ ਜਾਣਗੇ। WHO ਦੀ 15 ਅਕਤੂਬਰ ਦੀ ਰਿਪੋਰਟ ਹੈਗੀ ਸੋਲੀਡੈਰਿਟੀ ਟਰਾਇਲ ਵਿੱਚ। ਐਂਡ ਸਾਰੀ ਮੈਡੀਸਿਨਸ ਵਿੱਚ ਇਹ ਦੇਖਿਆ ਗਿਆ ਹੈ ਕਿ ਕੋਈ ਵੀ ਮੈਡੀਸਿਨ ਦਿੱਤੀ ਜਾਏਗੀ 12% ਲੋਕੀ ਤਾਂ ਰੱਬ ਨੂੰ ਪਿਆਰੇ ਹੋਣਗੇ, 100 ਵਿੱਚੋਂ 12%। ਸਮਝ ਰਹੇ ਹੋ? ਔਰ ਵੈਕਸੀਨ ਦਾ ਸਰਵਾਈਵਲ ਰੇਟ ਕਿੰਨਾ ਹੈ? 99 ਵੈਕਸੀਨ ਨਹੀਂ, ਵਾਇਰਸ ਦਾ ਸਰਵਾਈਵਲ ਕਿੰਨਾ ਹੈ? 99.97। ਯਾਨੀ ਕਿ 1 ਲੱਖ ਬੰਦੇ ਨੂੰ ਹੋਏਗਾ, 30,000 ਲੋਕਾਂ 30 ਪੀਪਲ ਆਰ ਗੋਇੰਗ ਟੂ ਡਾਈ, ਪਰ ਅਗਰ ਸਿਰਫ 100 ਬੰਦਿਆਂ ਨੂੰ ਦਵਾਈਆਂ ਦਿੱਤੀਆਂ ਜਾਣਗੇ, 100 ਵਿੱਚੋਂ 12 ਮਰ ਜਾਣਗੇ। ਯਾਨੀ ਕਿ 300 ਬੰਦਿਆਂ ਨੂੰ, ਅਗਰ 300 ਬੰਦੇ ਨੂੰ ਜੋ ਮੈਡੀਸਿਨ ਲਗਾਉਣਗੇ ਉਹਨਾਂ ਵਿੱਚੋਂ ਲਗਭਗ 30 ਲੋਕਾਂ ਦੀ ਮੌਤ ਹੋ ਜਾਏਗੀ, ਤੇ ਜੇ 1 ਲੱਖ ਬੰਦੇ ਨੂੰ ਕੋਵਿਡ ਹੋਏਗਾ ਸਿਰਫ 30 ਬੰਦਿਆਂ ਦੀ ਮੌਤ ਹੋਏਗੀ। ਸੋ 1 ਲੱਖ ਦੇ ਆંકੜੇ ਵਿੱਚ ਤੇ ਮੈਡੀਸਿਨ ਦੇ ਆંકੜੇ ਵਿੱਚ ਦੇਖ ਲਓ ਨਾ ਕਿ ਵਾਇਰਸ ਤੋਂ ਲੋਕ ਨਹੀਂ ਮਰਦੇ ਪਏ, ਮਰ ਰਹੇ ਆ ਦਵਾਈਆਂ ਨਾਲ। ਹੁਣ ਵੈਂਟੀਲੇਟਰ ਤੇ ਪਾ ਦਿੱਤਾ ਗਿਆ, ਤੇ ਔਰ WHO ਨੇ ਕਿੰਨੀ ਵਧੀਆ ਗੱਲ ਕੀਤੀ, ਪਹਿਲੇ ਲੋਕਾਂ ਨੂੰ ਐਕਸਪੈਰੀਮੈਂਟ ਕਰ ਦਿੱਤਾ ਦਵਾਈਆਂ ਦੇ ਨਾਲ, ਲੋਕੀ ਮਰਨੇ ਸ਼ੁਰੂ ਹੋ ਗਏ, ਫਿਰ ਆਪ ਕਿਹਾ ਕਿ ਇਹਦੇ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ, ਦਵਾਈਆਂ ਰਹਿਣ ਦੇਵੋ। ਤੇ ਭਾਈ ਮਾਰ ਕੇ ਹੀ ਕਿਉਂ ਸਮਝ ਆਉਂਦੀ ਹੈ? ਪਹਿਲਾਂ ਨਹੀਂ ਸਮਝ ਆ ਰਹੀ ਸੀ? ਇਹ ਵਾਪਸ ਝੂਠੇ ਅੰਕੜੇ ਪੇਸ਼ ਕਰ ਰਹੇ ਨੇ, ਜਿਵੇਂ ਕਿ ਆਪ ਜੀ ਨੂੰ ਪਹਿਲੇ ਦੱਸਿਆ ਸੀ ਜੌਨ ਹੌਪਕਿੰਸ ਦੀ ਵੈਬਸਾਈਟ ਤੋਂ, ਕੋਵਿਡ ਨਾਲ ਜੋ ਮਰਦੇ ਨੇ, ਲੱਖ ਬੰਦੇ ਨੂੰ ਕੋਵਿਡ ਹੋਵੇ ਤੇ ਤਕਰੀਬਨ 2200 ਬੰਦੇ ਜੋ ਨੇ ਉਹ ਮਰ ਜਾਂਦੇ ਨੇ। ਅੱਗੇ ਇਹਨਾਂ ਨੇ ਕਿਹਾ ਕਿ ਰੈਮਡੈਸਿਵਿਰ ਨਾਲ 100 ਵਿੱਚੋਂ 12 ਬੰਦੇ ਮਰ ਜਾਂਦੇ ਨੇ। ਹਾਂਜੀ, ਇਹ ਗੱਲ ਬਿਲਕੁਲ ਠੀਕ ਹੈ, ਪਰ ਇਹ ਰੈਮਡੈਸਿਵਿਰ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੋ ਤਕਰੀਬਨ ਮਰਨ ਵਾਲੇ ਹੁੰਦੇ ਨੇ ਕੋਵਿਡ ਨਾਲ, ਉਹਨਾਂ ਦੀ ਹਾਲਤ ਬਹੁਤ ਗੰਭੀਰ ਹੁੰਦੀ ਹੈ। ਪਰ ਅਸੀਂ ਇਹ ਨਹੀਂ ਦੇਖਿਆ ਕਿ ਜਿਹੜੇ 100 ਵਿੱਚੋਂ 12 ਬੰਦੇ ਮਰ ਗਏ, ਇਹ ਤਾਂ ਇਹ ਮਤਲਬ ਹੈ ਕਿ 100 ਵਿੱਚੋਂ 88 ਬੰਦੇ ਜਿਨ੍ਹਾਂ ਨੂੰ ਇਹ ਦਵਾਈ ਦਿੱਤੀ ਗਈ ਉਹ ਬਚ ਗਏ, ਜਿਨ੍ਹਾਂ ਦੇ ਬਚਣ ਦੀ ਬਿਲਕੁਲ ਕੋਈ ਉਮੀਦ ਨਹੀਂ ਸੀ। 100 ਵਿੱਚੋਂ 88 ਜੋ ਹਨ ਉਹ ਬਚ ਗਏ ਨੇ। फिर नेक्स्ट गल है, आई एम पार्ट ऑफ द नेटवर्क ऑफ इन्फ्लुएंजा केयर एक्सपर्ट डॉक्टर विश्वरूप रॉय चौधरी एंड डॉक्टर KB त्योमाने, जो कि एक 33 ईयर्स ਦੇ ਮੈਡੀਕਲ ਐਕਸਪੀਰੀਅੰਸ ਰੱਖਦੇ ਆ, ਪਲਮੋਨੋਲੋਜਿਸਟ, ਚੈਸਟ ਦੇ ਸਪੈਸ਼ਲਿਸਟ ਨੇ, ਜਿਹੜੇ TB ਦੇ ਪੇਸ਼ੈਂਟਸ ਨੂੰ ਟ੍ਰੀਟ ਕਰਦੇ ਸੀ। ਉਹਨਾਂ ਨੇ ਦੱਸਿਆ ਫਰਾਡ ਪੈਂਡੇਮਿਕ ਹੈਗਾ, ਬੇਵਕੂਫ ਬਣਾਇਆ ਜਾ ਰਿਹਾ ਹੈ, ਸਿਰਫ ਹਲਦੀ ਵੀ ਦਿਨ ਵਿੱਚ 3 ਵਾਰੀ ਪੀ ਲਵੋਗੇ 1 ਹਫ਼ਤੇ ਵਾਸਤੇ, ਸਾਰੇ ਸਿੰਪਟਮਸ ਖਤਮ ਹੋ ਜਾਣਗੇ। ਦਿਸ ਇਜ਼ ਸੈਡ ਬਾय MD medical doctor with 33 years of experience in India, Nagpur, who was ex deputy director of Nagpur Health Corporation. ਕਈ ਲੋਕੀ ਕਹਿੰਦੇ ਸੀ ਕਿ ਗਊਮੂਤਰ ਪੀਓ, ਗਊਮੂਤਰ ਨਾਲ ਕੋਵਿਡ ਨਹੀਂ ਹੋਏਗਾ। ਇਸ ਤਰ੍ਹਾਂ ਹੁਣ ਕਈ ਲੋਕੀ ਕਹਿ ਰਹੇ ਨੇ ਕਿ ਹਲਦੀ ਖਾਓ, ਹਲਦੀ ਹਫ਼ਤੇ ਵਾਸਤੇ ਖਾਓ ਤੇ ਤੁਹਾਡਾ ਕੋਵਿਡ ਦੂਰ ਹੋ ਜਾਏਗਾ। ਇੱਥੇ ਤੁਸੀਂ ਵੈਬਸਾਈਟ 'ਤੇ ਸਾਫ਼ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਹਲਦੀ ਖਾਧੀ ਹੈ ਉਹਨਾਂ ਦਾ ਇਸ ਤਰ੍ਹਾਂ ਕੋਈ ਜੋ ਹੈ ਕਿਉਰ ਨਹੀਂ ਹੋਇਆ। ਹਲਦੀ ਨਾਲ ਪ੍ਰੋਬਲਮ ਜ਼ਰੂਰ ਹੋ ਸਕਦੀਆਂ ਨੇ, ਜੇ ਤੁਸੀਂ ਜ਼ਿਆਦਾ ਖਾਓ ਟੌਕਸਿਸਿਟੀ ਹੋ ਸਕਦੀ ਹੈ, ਹਲਦੀ ਪੋਇਜ਼ਨਸ ਹੈ ਅਤੇ ਬਹੁਤ ਜ਼ਿਆਦਾ ਹਲਦੀ ਖਾਣ ਨਾਲ ਨੁਕਸਾਨ ਜ਼ਰੂਰ ਹੋ ਸਕਦਾ ਹੈ, ਪਰ ਹਲਦੀ ਨਾਲ ਕੋਈ ਜੋ ਹੈ ਇਹ ਨਹੀਂ ਪਾਇਆ ਗਿਆ ਕਿ ਤੁਹਾਡਾ ਕੋਵਿਡ ਜੋ ਹੈ 1 ਹਫ਼ਤਾ ਹਲਦੀ ਖਾਣ ਨਾਲ ਖਤਮ ਹੋ ਗਿਆ। ਠੀਕ ਹੈ ਜੀ। ਸੋ 3 ਮਹੀਨੇ ਲੱਗਦੇ ਆ ਕੋਈ ਵੀ ਡਾਇਬਟੀਜ਼, BP ਇਸ ਤਰ੍ਹਾਂ ਦੀ ਬਿਮਾਰੀ ਨੂੰ ਠੀਕ ਕਰਨ ਵਿੱਚ ਪੂਰੀ ਤਰ੍ਹਾਂ ਨਾਲ, ਤੇ ਜਿਹੜੀ ਇਮਿਊਨ ਸਿਸਟਮ ਬੂਸਟ 1 ਹਫ਼ਤੇ ਵਿੱਚ ਇਮਿਊਨ ਸਿਸਟਮ ਬੂਸਟ ਹੋ ਜਾਂਦਾ, ਲੇਕਿਨ ਇਹਦੇ ਬਾਰੇ ਪੂਰੇ 1 ਸਾਲ ਵਿੱਚ ਨਹੀਂ ਦੱਸਿਆ ਗਿਆ, ਸਿਰਫ ਦਵਾਈ ਤੇ ਵੈਕਸੀਨ ਦੇ ਉੱਤੇ ਜ਼ੋਰ ਦਿੱਤਾ ਗਿਆ, ਮਾਸਕ ਪਾਓ ਮਾਸਕ ਪਾਓ। ਸੋ ਇਹ ਜਿਹੜਾ ਪੈਂਡੈਮਿਕ ਹੈ ਨਾ, ਇਹ ਕੋਈ ਵੈਕਸੀਨ ਦੇ ਨਾਲ ਮੁੱਕਣ ਨਹੀਂ ਵਾਲਾ, ਇਹ ਤਾਂ ਮੁੱਕਣ ਵਾਲਾ ਹੈ ਜੇ ਇਹ ਜਿਸ ਤਰ੍ਹਾਂ ਡਰ ਫੈਲਾਇਆ ਜਾ ਰਿਹਾ ਉਹ ਬੰਦ ਹੋਵੇ, ਲੋਕਾਂ ਦੇ ਉਹ ਸਮਝ ਆਵੇ, ਉਹ ਆਪਣੇ ਫੀਅਰ ਨੂੰ ਛੱਡ ਦੇਣ ਤੇ ਇਹ ਫਰਾਡ ਟੈਸਟਿੰਗ ਕਰਾਉਣੀ ਬੰਦ ਕਰ ਦੇਣ। ਫਰਾਡ ਟੈਸਟਿੰਗ ਕਿਵੇਂ? PCR ਟੈਸਟ ਜੋ ਹੈਗਾ ਇਹ ਅਪਰੂਵਡ ਨਹੀਂ ਹੈਗਾ, ਨਾ ਇਹਨੇ FDA ਨੇ ਇਹਨੂੰ ਅਪਰੂਵ ਕੀਤਾ ਹੈ, ਨਾ ਜਿਸ ਨੇ ਬੰਦੇ ਨੇ ਇਸ ਟੈਸਟ ਨੂੰ ਬਣਾਇਆ ਸੀਗਾ ਕੈਰੀ ਮੁਲਰ, ਨਾ ਉਸਨੇ ਅਪਰੂਵ ਕੀਤਾ। ਉਹ ਕਹਿੰਦਾ ਸੀਗਾ ਇਹਦੇ ਨਾਲ ਕੋਈ ਬਿਮਾਰੀ ਫੜੀ ਹੀ ਨਹੀਂ ਜਾ ਸਕਦੀ। ਅਸੀਂ FDA ਦੀ ਵੈਬਸਾਈਟ 'ਤੇ ਹਾਂ, ਉੱਥੇ ਡਾਇਗਨੋਸਟਿਕ ਟੈਸਟਿੰਗ ਵਿੱਚ ਉਹਨਾਂ ਨੇ ਦਿੱਤਾ ਹੋਇਆ ਹੈ ਕਿ ਕਿਹੜਾ ਟੈਸਟ ਯੂਜ਼ ਕੀਤਾ ਜਾ ਸਕਦਾ ਹੈ। ਇੱਥੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜਿਹੜਾ ਟੈਸਟ ਭਾਈ ਸਾਹਿਬ ਜੀ ਕਹਿ ਰਹੇ ਨੇ ਕਿ FDA ਅਪਰੂਵ ਨਹੀਂ ਹੈ, ਉਹ ਇੱਥੇ FDA ਅਪਰੂਵਲ ਦਿੱਤੀ ਹੋਈ ਹੈ ਉਸਨੂੰ ਟੈਸਟਿੰਗ ਵਾਸਤੇ। PCR ਟੈਸਟ ਇੱਥੇ ਹਾਈਲਾਈਟਡ ਹੈ, PCR ਟੈਸਟ FDA ਅਪਰੂਵਡ।
ਸੋ ਜਿਹਦੇ ਨਾਲ ਕੋਈ ਬਿਮਾਰੀ ਫੜੀ ਹੀ ਨਹੀਂ ਜਾ ਸਕਦੀ ਉਹਦੇ ਨਾਲ ਕਿਉਂ ਟੈਸਟਿੰਗ ਤੁਸੀਂ ਜ਼ਬਰਦਸਤੀ ਕਰੀ ਜਾ ਰਹੇ ਹੋ। ਫਿਰ ਜਿਹਨੇ ਮੈਨੂਫੈਕਚਰ ਕੀਤਾ ਟੈਸਟਿੰਗ ਕਿਟ ਉਹਨੇ ਆਪ ਲਿਖਿਆ ਦਿਸ ਟੈਸਟ ਇਜ਼ ਨਾਟ ਫॉर ਦਾ ਡਾਇਗਨੋਸਿਸ, ਦਿਸ ਇਜ਼ ਓਨਲੀ ਫॉर ਰਿਸਰਚ। ਜਦ ਡਾਇਗਨੋਸਿਸ ਵਾਸਤੇ ਹੈ ਹੀ ਨਹੀਂ ਫਿਰ ਕਿਉਂ ਕਰਦੇ ਪਏ ਹੋ। ਔਰ ਇਸ ਟੈਸਟ ਦੀ ਖੂਬੀ ਇਹ ਹੈ ਕਿ ਕਦੀ ਇਹ ਕੀਵੀ ਨੂੰ ਪੋਜ਼ਿਟਿਵ ਕਰ ਦਿੰਦਾ, ਕਦੀ ਪਪੀਤੇ ਨੂੰ ਕਰ ਦਿੰਦਾ, ਕਦੀ ਬੱਕਰੀ ਨੂੰ ਕਰ ਦਿੰਦਾ, ਕਦੀ ਕੋਕਾ ਕੋਲਾ ਨੂੰ ਕਰ ਦਿੰਦਾ। ਸੋ ਇਹ ਟੈਸਟ ਇੱਕਦਮ ਫਰਾਡ ਟੈਸਟ ਹੈਗਾ। ਸੋ ਚੰਗੇ ਭਲੇ ਬੰਦੇ ਨੂੰ ਇਹ ਪੋਜ਼ਿਟਿਵ ਦਿਖਾ ਦਿੰਦਾ ਹੈ। ਸ਼ੁਰੂ ਕੀਤਾ ਸੀ ਭਾਈ ਸਾਹਿਬ ਜੀ ਨੇ ਇਹ ਕਹਿ ਕੇ ਕਿ PCR ਟੈਸਟ ਜੋ ਹੈ ਫਰਾਡ ਹੈ। ਇੱਥੇ ਇਹ ਸਮਝਣ ਦੀ ਲੋੜ ਹੈ ਕਿ PCR ਟੈਸਟ ਇੱਕੋ ਇੱਕ ਟੈਸਟ ਨਹੀਂ ਹੈ ਕੋਵਿਡ ਵਾਸਤੇ ਬਹੁਤ ਹੋਰ ਵੀ ਟੈਸਟ ਹੈਗੇ ਨੇ। ਅਤੇ ਜੋ ਬਾਕੀ ਗੱਲ ਕੀਤੀ ਇਹਨਾਂ ਨੇ ਕਿ ਕੋਕਾ ਕੋਲਾ, ਕੀਵੀ, ਬੱਕਰੀ ਅਤੇ ਪਪੀਤੇ ਨੇ ਟੈਸਟ ਪੋਜ਼ੀਟਿਵ ਕੀਤਾ, ਇਹਨਾਂ 'ਤੇ ਕੋਈ PCR ਟੈਸਟ ਨਹੀਂ ਹੋਇਆ ਸੀ, ਇਹਨਾਂ 'ਤੇ ਦੂਜੇ ਟੈਸਟ ਹੋਏ ਸਨ, ਉਹ ਵੀ ਕੇਵਲ ਅਤੇ ਕੇਵਲ ਕੋਕਾ ਕੋਲਾ ਅਤੇ ਕੀਵੀ ਫਰੂਟ 'ਤੇ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ 'ਤੇ ਕਿ ਜੋ ਕੋਕਾ ਕੋਲਾ ਹੈ ਉਸ ਦਾ ਟੈਸਟ ਇੱਕ ਜੋ ਹੈ ਆਸਟਰੀਆ ਦੇਸ਼ ਹੈ ਯੂਰਪ ਵਿੱਚ, ਉੱਥੇ ਇੱਕ ਬੰਦੇ ਨੇ ਕੀਤਾ ਸੀ ਪਾਰਲੀਮੈਂਟ ਵਿੱਚ। ਸੋ ਇੱਥੇ ਜੋ ਟੈਸਟ ਵਿੱਚ ਇਹ ਪਾਇਆ ਗਿਆ ਕਿ ਉਹਨੇ ਸਾਬਿਤ ਕਰਕੇ ਦਿਖਾਇਆ ਕਿ ਕੋਕਾ ਕੋਲਾ ਦੇ ਨਾਲ ਪੋਜ਼ੀਟਿਵ ਹੈ। ਪਰ ਜਦੋਂ ਉਸ ਦਾ ਵੀਡੀਓ ਦੇਖਿਆ ਗਿਆ ਉਹਨੇ ਜੋ ਪ੍ਰੋਸੈਸ ਹੈ ਟੈਸਟ ਦਾ ਉਹ ਫੋਲੋ ਨਹੀਂ ਕੀਤਾ। ਕੰਪਨੀ ਨੇ ਫਿਰ ਜਵਾਬ ਦਿੱਤਾ ਕਿ ਜੋ ਟੈਸਟ ਦਾ ਪ੍ਰੋਸੀਜਰ ਹੈ ਉਹ ਪਹਿਲੇ ਫੋਲੋ ਕਰਨ ਦੀ ਲੋੜ ਹੈ, ਉਸ ਤੋਂ ਬਾਅਦ ਹੀ ਜੋ ਟੈਸਟ ਦਾ ਕਰੈਕਟ ਰਿਜ਼ਲਟ ਆਏਗਾ। ਜਿਸ ਤਰ੍ਹਾਂ ਤੁਸੀਂ ਇੱਥੇ ਦੇਖ ਰਹੇ ਹੋ ਉਹਨੇ ਬਫਰ ਵਿੱਚ ਨਹੀਂ ਪਾਇਆ ਕੋਕਾ ਕੋਲਾ ਨੂੰ, ਪਹਿਲੇ ਬਫਰ ਵਿੱਚ ਪਾਉਣਾ ਹੁੰਦਾ ਹੈ, ਬਫਰ ਵਿੱਚ ਰੱਖ ਕੇ pH ਵੈਲਿਊ ਜੋ ਹੈ ਉਹ ਕੌਨਸਟੈਂਟ ਹੁੰਦਾ ਹੈ। pH ਵੈਲਿਊ ਕੌਨਸਟੈਂਟ ਹੋਣ ਤੋਂ ਬਾਅਦ ਹੀ ਜੋ ਹੈ ਉਹ ਟੈਸਟ ਨੂੰ ਉਸ 'ਤੇ ਐਂਟੀਬਾਡੀ 'ਤੇ ਪਾਇਆ ਜਾ ਸਕਦਾ, ਨਹੀਂ ਤਾਂ ਐਂਟੀਬਾਡੀ ਦੇ ਪ੍ਰੋਟੀਨਸ ਜੋ ਨੇ ਡਿਸਟਰੋਏ ਹੋ ਜਾਂਦੇ ਨੇ। ਉਸ ਤੋਂ ਬਾਅਦ ਫਿਰ ਜਦੋਂ ਕੰਪਨੀ ਨੇ ਦਿਖਾਇਆ ਟੈਸਟ ਕਰਨਾ, ਉਹਨਾਂ ਨੇ ਦਿਖਾਇਆ ਕਿ ਜੋ ਕੋਕਾ ਕੋਲਾ ਹੈ ਉਹ ਕੋਵਿਡ ਪੋਜ਼ੀਟਿਵ ਨਹੀਂ ਹੁੰਦਾ। ਕੀਵੀ ਫਰੂਟ 'ਤੇ ਵੀ ਟੈਸਟ ਠੀਕ ਤਰ੍ਹਾਂ ਨਹੀਂ ਕੀਤਾ ਗਿਆ, ਇਸ ਕਰਕੇ ਕੀਵੀ ਫਰੂਟ ਕੋਵਿਡ ਪੋਜ਼ੀਟਿਵ ਪਾਇਆ ਗਿਆ। ਬੱਕਰੀ ਅਤੇ ਜੋ ਪਪੀਤੇ 'ਤੇ ਟੈਸਟ ਕੀਤੇ ਗਏ ਸਨ ਉਹ ਟੈਸਟ ਹੀ ਹੋਏ ਨਹੀਂ, ਉਹ ਕੇਵਲ ਅਤੇ ਕੇਵਲ ਜੋ ਤੰਜ਼ਾਨੀਆ ਦੇਸ਼ ਹੈ ਜਿਸ ਦੇ ਬਾਰੇ ਅਸੀਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ, ਉਸ ਦੇ ਰਾਸ਼ਟਰਪਤੀ ਨੇ ਕਿਹਾ ਸੀ ਕਿ ਕੋਵਿਡ ਹੈ ਨਹੀਂ ਜੀ ਸਾਡੇ ਦੇਸ਼ ਵਿੱਚ, ਹੈ ਨਹੀਂ, ਇਹ ਐਵੇਂ ਹੀ ਰੌਲਾ ਪਾ ਰਹੇ ਨੇ ਵਗੈਰਾ ਵਗੈਰਾ। ਇਸ ਕਰਕੇ ਉਹਨੇ ਉਦੋਂ ਕਿਹਾ ਸੀ ਕਿ ਜੋ ਬੱਕਰੀ ਹੈ ਅਤੇ ਪਪੀਤਾ ਉਹ ਜਿਹੜੇ ਨੇ ਪੋਜ਼ੀਟਿਵ ਪਾਏ ਗਏ। ਉਸ ਦਾ ਉਹਨੇ ਕੋਈ ਪ੍ਰੂਫ ਨਹੀਂ ਦਿੱਤਾ, ਕੋਈ ਵੀਡੀਓ ਨਹੀਂ ਦਿੱਤੀ, ਕੋਈ ਖਬਰ ਨਹੀਂ ਆਈ। ਪਲਾਜ਼ਮਾ ਥੈਰੇਪੀ 2 ਵਾਰ ਲੋਕੀ ਲੈ ਚੁੱਕੇ ਹੈ ਜਿਹਦਾ ਕੋਈ ਸਾਇੰਟੀਫਿਕ ਐਵੀਡੈਂਸ ਨਹੀਂ ਹੈਗਾ। 100 ਬੰਦੇ ਕਰਾਉਂਦੇ ਨੇ, 15 ਬੰਦੇ ਰੱਬ ਨੂੰ ਪਿਆਰੇ ਹੋ ਜਾਂਦੇ ਨੇ, ਉਸ ਤੋਂ ਬਾਅਦ ਕੀ ਫੋਲੋਅਪ ਕੀਤਾ ਹੀ ਨਹੀਂ ਗਿਆ, ਕਦੀ ਟਰਾਇਲ ਹੋਇਆ ਹੀ ਨਹੀਂ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਲੋਕਾਂ ਦੇ ਅੱਗੇ ਸੱਚ ਲੈ ਕੇ ਆਓ, ਵਾਹਿਗੁਰੂ 'ਤੇ ਵਿਸ਼ਵਾਸ ਕਰੋ, ਬਾਣੀ 'ਤੇ ਵਿਸ਼ਵਾਸ ਕਰੋ, ਨਾਮ 'ਤੇ ਵਿਸ਼ਵਾਸ ਕਰੋ, ਵਾਹਿਗੁਰੂ ਦੀ ਬਣਾਈ ਹੋਈ ਔਸ਼ਧੀਆਂ 'ਤੇ ਵਿਸ਼ਵਾਸ ਕਰੋ। ਅਤੇ ਇਹ ਜਿਹੜਾ ਪਪੇਟ ਪ੍ਰੋਪਾਗੈਂਡਾ ਹੈਗਾ ਗੌਰਮੈਂਟ ਦਾ ਦੇ ਵੈਕਸੀਨ ਫਾਰਮਾਸਿਊਟੀਕਲਸ ਦਾ, ਇਹਨੂੰ ਸਪਰੈਡ ਨਾ ਕਰੋ। ਵਰਲਡ ਹੋਕਸ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਨੇ ਇਹ ਰੱਬ ਦੀ ਬਣਾਈ ਹੋਈ ਆਰਗੇਨਾਈਜੇਸ਼ਨ ਨਹੀਂ ਹੈਗੀ, ਬੰਦਿਆਂ ਦੀ ਹੈਗੀ। ਬੰਦੇ ਫਰਾਡ ਹੋ ਸਕਦੇ ਆ, ਬੰਦੇ ਪੈਸੇ ਦੇ ਪਿੱਛੇ ਕੰਮ ਕਰਦੇ ਆ। So do not repeat the narrative of government and instead bring truth. Thank you so much for watching. I hope this message will be taken in a positive manner and truth will be spread. Thank you so much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਨੇ ਕਿਹਾ ਕਿ ਪਲਾਜ਼ਮਾ ਥੈਰੇਪੀ ਦੇ ਨਾਲ 100 ਵਿੱਚੋਂ 15 ਬੰਦੇ ਰੱਬ ਨੂੰ ਪਿਆਰੇ ਹੋ ਜਾਂਦੇ ਨੇ। ਅਸੀਂ ਇਹ ਨਹੀਂ ਵੇਖਿਆ ਕਿ 100 ਵਿੱਚੋਂ 85 ਇਸ ਦਾ ਮਤਲਬ ਜੋ ਨੇ ਠੀਕ ਹੋ ਕੇ ਘਰ ਜਾਂਦੇ ਨੇ। ਪਲਾਜ਼ਮਾ ਥੈਰੇਪੀ ਉਹਨਾਂ ਨੂੰ ਦਿੱਤੀ ਜਾਂਦੀ ਜੋ ਕੋਵਿਡ ਨਾਲ ਇੱਕਦਮ ਅੰਤ ਅਵਸਥਾ ਵਿੱਚ ਪਹੁੰਚ ਗਏ ਨੇ, ਐਂਡ ਸਟੇਜ 'ਤੇ ਨੇ, ਅਤੇ ਉਹਨਾਂ ਵਿੱਚੋਂ ਜੇ 100 ਵਿੱਚੋਂ 85 ਜਾਨਾਂ ਬਚ ਰਹੀਆਂ ਨੇ ਅਤੇ ਉਹ ਤਾਂ ਬਹੁਤ ਹੀ ਅੱਛੀ ਦਵਾਈ ਮੰਨੀ ਜਾ ਸਕਦੀ ਹੈ, ਜਿਸ ਦੇ ਨਾਲ ਜੋ ਹੈ ਰਿਕਵਰੀ ਰੇਟ 85% ਹੈ। ਅੱਗੇ ਭਾਈ ਸਾਹਿਬ ਜੀ ਨੇ ਇੱਕਦਮ ਠੀਕ ਕਿਹਾ ਕਿ ਬੰਦਿਆਂ 'ਤੇ ਵਿਸ਼ਵਾਸ ਨਾ ਕਰੋ, ਰੱਬ 'ਤੇ ਵਿਸ਼ਵਾਸ ਕਰੋ। ਬੰਦੇ ਫਰਾਡ ਹੋ ਸਕਦੇ ਨੇ, ਬੰਦੇ ਜੋ ਨੇ ਪੈਸਿਆਂ ਪਿੱਛੇ ਕੰਮ ਕਰਦੇ ਨੇ। ਆਪ ਸਭ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੈਕਸੀਨ ਜੋ ਹੈ ਉਹ ਬਹੁਤ ਹੀ ਇਫੈਕਟਿਵ ਔਰ ਟੈਕਨੋਲੋਜੀਕਲੀ ਸਾਇੰਟੀਫਿਕਲੀ ਪ੍ਰੂਵਨ ਹੈ ਕਿ ਉਸ ਦੇ ਨਾਲ ਬਹੁਤ ਹੀ ਫਾਇਦਾ ਹੋ ਰਿਹਾ ਹੈ ਔਰ ਕੋਵਿਡ ਤੋਂ ਬਚਾਅ ਹੁੰਦਾ ਹੈ। ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਮੈਸੇਜ ਦੂਰ ਦੂਰ ਤੱਕ ਪਹੁੰਚਾਓ ਕਿ ਜੇ ਤੁਸੀਂ ਵੈਕਸੀਨ ਲੈ ਸਕਦੇ ਹੋ, ਜੇ ਤੁਹਾਨੂੰ ਵੈਕਸੀਨ ਮਿਲ ਰਹੀ ਹੈ ਅਤੇ ਇਹ ਮੌਕਾ ਜ਼ਰੂਰ ਲਓ ਅਤੇ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਜੋ ਹੈ ਵੈਕਸੀਨ ਦਾ ਟੀਕਾ ਜ਼ਰੂਰ ਲਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।